Hello, dear aspirants. I welcome you all in this beautiful platform of Burma Academy. So, as you all know, ਆਪਣੇ ਪਲੇਟਫਾਰਮ ਦੇ ਉੱਤੇ ਕਾਫੀ ਲੰਬੇ ਸਮੇਂ ਤੋਂ ਤੁਹਾਡੇ ਲਈ ਜੋ ਮਟੀਰੀਅਲ ਹੈ ਤੁਹਾਨੂੰ ਸ਼ੇਅਰ ਕੀਤਾ ਜਾ ਰਿਹਾ ਸੋ ਦੈਟ ਤੁਸੀਂ ਜੇ ਵੀ ਕੰਪੀਟੀਟਿਵ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਉਹਦੇ ਵਿੱਚ ਅਸੀਂ ਤੁਹਾਡੀ ਹੈਲਪ ਕਰ ਸਕੀਏ ਤੇ ਤੁਹਾਨੂੰ ਜੋ ਵੀ ਕੰਟੈਂਟ ਪ੍ਰੋਵਾਈਡ ਕੀਤਾ ਜਾਂਦਾ ਹੈ ਮੋਸਟ ਰਿਪੀਟਡ ਮੋਸਟ ਐਕਸਪੈਕਟਡ ਬੋਰਡ ਸੀ ਜਿਹੜੇ ਤੁਹਾਨੂੰ ਕਰਵਾਏ ਜਾਂਦੇ ਆ ਸੋ ਟਰਾਈ ਕਰਿਆ ਕਰੋ ਕਿ ਜੋ ਵੀ ਤੁਹਾਨੂੰ ਕਰਵਾਇਆ ਜਾਂਦਾ ਕਲਾਸ ਦੇ ਵਿੱਚ ਹੀ ਤੁਸੀਂ ਲਰਨ ਕਰ ਲੈਣਾ ਬਿਕਾਜ਼ ਟ੍ਰਿਕਸ ਦੇ ਨਾਲ ਨਿਮੋਨਿਕਸ ਦੇ ਨਾਲ ਆਪਾਂ ਜੋ ਵੀ ਕੁਝ ਕਰਦੇ ਹਾਂ ਹਾਂਜੀ ਤੇ ਜਿਹੜੇ ਵੀ ਚੈਨਲ ਦੇ ਉੱਤੇ ਨਿਊ ਸਟੂਡੈਂਟਸ ਨੇ ਸਭ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲੈਣ ਤਾਂ ਜੋ ਤੁਹਾਡੇ ਜਿਹੜਾ ਕੋਈ ਵੀ ਕਲਾਸ ਤੁਹਾਨੂੰ ਚੈਨਲ ਦੇ ਉੱਤੇ ਅਪਲੋਡ ਹੁੰਦੀ ਹੈ ਉਹਦਾ ਨੋਟੀਫਿਕੇਸ਼ਨ ਮਿਲ ਜਾਏ ਤੇ ਤੁਸੀਂ ਕਲਾਸ ਹੈ ਜਿਹੜੀ ਟਾਈਮ ਤੇ ਅਟੈਂਡ ਕਰ ਸਕੋ ਤੇ ਤੁਹਾਨੂੰ ਜਿਵੇਂ ਪਤਾ ਹੀ ਹੈ ਆਪਣੀ ਜਿਹੜੀ ਇੰਗਲਿਸ਼ ਵੋਕੈਬ ਦੀ ਆਪਾਂ ਸੀਰੀਜ਼ ਸਟਾਰਟ ਕੀਤੀ ਹੈ ਜਿਹਦੇ ਵਿੱਚ ਆਪਾਂ 32 ਕਲਾਸਿਸ ਹੈ ਜਿਹੜੀਆਂ ਉਹ ਕਰ ਚੁੱਕੇ ਹਾਂ ਅੱਜ ਤੁਹਾਡੀ 33 ਕਲਾਸ ਹੈ ਜੀ 33rd ਕਲਾਸ ਦੇ ਵਿੱਚ ਅਗੇਨ ਆਪਾਂ ਸੇਮ ਹੀ ਟੌਪਿਕ ਡਿਸਕਸ ਕਰਾਂਗੇ ਵਨ ਵਰਡ ਸਬਸਟੀਟਿਊਸ਼ਨ ਤੁਹਾਨੂੰ ਕਰਵਾਵਾਂਗੇ ਈਡੀਅਮ ਫਰੇਜ਼ਸ ਦਾ ਟੌਪਿਕ ਆਪਾਂ ਡਿਸਕਸ ਕਰਾਂਗੇ ਸਪੈਲਿੰਗ ਐਰਰਸ ਹੋਣਗੇ ਮਿਸ ਸਪੈਲਡ ਆਪਣੇ ਕੋਲ ਹੋਣਗੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਸਪੈਲਿੰਗ ਐਰਰ ਮਿਸ ਸਪੈਲਡ ਆਪਣੇ ਕੋਲ ਆ ਜਾਂਦੇ ਆ ਅੱਗੇ ਆਪਣਾ ਜਿਹੜਾ ਟੌਪਿਕ ਹੋਏਗਾ ਆਪਾਂ ਫਿਕਸ ਪ੍ਰੈਪੋਜੀਸ਼ਨ ਕਰਾਂਗੇ ਤੇ ਇਸ ਤੋਂ ਇਲਾਵਾ ਜਿਹੜਾ ਮੇਨ ਟੌਪਿਕ ਹੁੰਦਾ ਆਪਣਾ ਸਿਨੋਨਿਮ ਐਂਟੀਨਮਸ ਉਹ ਵੀ ਆਪਾਂ ਜਿਹੜਾ ਇੱਥੇ ਡਿਸਕਸ ਕਰਾਂਗੇ ਤਾਂ ਜਿਵੇਂ ਤੁਸੀਂ ਜਾਣਦੇ ਹੀ ਹੋ ਜੋ ਵੀ ਪੁਰਾਣੇ ਸਟੂਡੈਂਟਸ ਨੇ ਜਿਨ੍ਹਾਂ ਨੂੰ ਪਤਾ ਹੈ ਪਿੱਛੇ ਕਲਾਸਾਂ ਲਗਾਈਆਂ ਹੋਈਆਂ ਉਹਨਾਂ ਨੂੰ ਪਤਾ ਹੈ ਕਿ ਆਪਾਂ ਜਿਹੜਾ ਵੀ ਵੋਕੈਬ ਦਾ ਪੋਰਸ਼ਨ ਕਰਦੇ ਹਾਂ ਨਿਮੋਨਿਕਸ ਦੇ ਨਾਲ ਤੇ ਟ੍ਰਿਕਸ ਦੇ ਨਾਲ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕਰਦੇ ਹਾਂ ਤਾਂ ਜੋ ਤੁਸੀਂ ਇਹ ਜਿਹੜਾ ਉਹਨਾਂ ਨੂੰ ਈਜ਼ੀਲੀ ਲਰਨ ਕਰ ਸਕੋ ਤੇ ਤੁਹਾਡੇ ਲਈ ਜਿਹੜਾ ਵੋਕੈਬ ਆ ਉਹ ਈਜ਼ੀ ਹੋ ਸਕੇ ਅੱਜ ਦੀ ਜਿਹੜੀ ਕਲਾਸ ਹੋਏਗੀ ਜੀ 33rd ਨੰਬਰ ਕਲਾਸ ਹੈ ਅਗੇਨ ਆਪਾਂ ਸੇਮ ਟੌਪਿਕ ਹੈ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਜੋ ਸਟੂਡੈਂਟਸ ਚੈਨਲ ਦੇ ਉੱਤੇ ਨਿਊ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਬੈਲ ਆਈਕਨ ਨੂੰ ਪ੍ਰੈਸ ਕਰਨਾ ਹੈ ਤੇ ਥਰਡ ਆਪਣੇ ਕੋਲ ਇੰਪੋਰਟੈਂਟ ਚੀਜ਼ ਆ ਜਾਂਦੀ ਹੈ ਜੀ ਚੈਨਲ ਦਾ ਟੈਲੀਗ੍ਰਾਮ ਗਰੁੱਪ ਜੋ ਕਿ ਤੁਸੀਂ ਇਹ ਜਿਹੜਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਉੱਥੇ ਜੁਆਇਨ ਕਰ ਸਕਦੇ ਹੋ ਹਰ ਇੱਕ ਇੰਪੋਰਟੈਂਟ ਨੋਟੀਫਿਕੇਸ਼ਨ ਤੁਹਾਨੂੰ ਟੈਲੀਗ੍ਰਾਮ ਗਰੁੱਪ ਉੱਪਰ ਸ਼ੇਅਰ ਕੀਤੀ ਜਾਂਦੀ ਹੈ ਜਿਹਦਾ ਤੁਸੀਂ ਬੈਨੀਫਿਟ ਲੈ ਸਕਦੇ ਹੋ ਫਿਰ ਉਹ ਇੰਪੋਰਟੈਂਟ ਨੋਟੀਫਿਕੇਸ਼ਨ ਤੁਹਾਡੀ ਕਿਸ ਰਿਗਾਰਡਿੰਗ ਹੋਏਗੀ ਉਹ ਤੁਹਾਡੇ ਕਿਸੇ ਐਗਜ਼ਾਮ ਨਾਲ ਪ੍ਰੋਸਪੈਕਟਿਵ ਤੋਂ ਹੋ ਸਕਦੀ ਹੈ ਜਾਂ ਫਿਰ ਤੁਹਾਡਾ YouTube ਦੇ ਉੱਤੇ ਹੋਣ ਵਾਲਾ ਕੋਈ ਸੈਸ਼ਨ ਹੈ ਉਸ ਰਿਗਾਰਡਿੰਗ ਵੀ ਤੁਹਾਨੂੰ ਨੋਟੀਫਿਕੇਸ਼ਨਸ ਆ ਜਿਹੜੇ ਉਹ ਟੈਲੀਗ੍ਰਾਮ ਗਰੁੱਪ ਦੇ ਉੱਤੇ ਮਿਲ ਜਾਣਗੇ ਆਪਣਾ ਸੈਕਿੰਡ ਚੀਜ਼ ਆ ਜਾਂਦੀ ਹੈ ਜੀ ਟੈਲੀਗ੍ਰਾਮ ਗਰੁੱਪ ਉੱਪਰ ਤੁਹਾਨੂੰ ਹਰ ਇੱਕ YouTube ਸੈਸ਼ਨ ਦੇ ਪੀਪੀਟੀ ਫਾਰਮ ਦੇ ਵਿੱਚ ਜਿਹੜੇ ਹੈਗੇ ਆ ਨੋਟਸ ਪ੍ਰੋਵਾਈਡ ਕਰਵਾਏ ਜਾਂਦੇ ਆ ਸੋ ਦੈਟ ਜਿਸ ਵੀ ਸਟੂਡੈਂਟ ਨੂੰ ਕੋਈ ਐਵੇਂ ਪਰੇਸ਼ਾਨੀ ਹੁੰਦੀ ਹੈ ਕਿ ਉਹ ਨੋਟਸ ਨਹੀਂ ਬਣਾ ਰਿਹਾ ਜਾਂ ਬਾਅਦ ਦੇ ਵਿੱਚ ਜਿਹੜਾ ਉਹ ਪ੍ਰਿੰਟ ਆਊਟ ਵਗੈਰਾ ਲੈਣਾ ਚਾਹੁੰਦਾ ਤਾਂ ਉਹ ਹੈ ਜਿਹੜਾ YouTube ਦੇ ਸੈਸ਼ਨਸ ਦੇ ਕਲਾਸ ਨੋਟਸ ਦਾ ਪ੍ਰਿੰਟ ਆਊਟ ਜਿਹੜਾ ਟੈਲੀਗ੍ਰਾਮ ਗਰੁੱਪ ਉੱਪਰ ਸ਼ੇਅਰ ਕੀਤੀ ਪੀਪੀਟੀ ਥਰੂ ਹੈ ਜਿਹੜਾ ਉਹ ਲੈ ਸਕਦਾ ਹੈ ਉੱਥੇ ਤੁਹਾਨੂੰ ਜਿਹੜੀ ਪੀਪੀਟੀ ਤੋਂ ਤੁਸੀਂ ਰਿਵਾਈਜ਼ ਵੀ ਕਰ ਸਕਦੇ ਹੋ ਆਪਣੇ ਕਨਸੈਪਟ ਪਲੱਸ ਉਹਨਾਂ ਨੂੰ ਅਗੇਨ ਨੋਟ ਵੀ ਜਿਹੜਾ ਹੈਗਾ ਕਰ ਸਕਦੇ ਹੋ ਥਰਡ ਆਪਣਾ ਆ ਜਾਂਦਾ ਹੈ ਜੀ ਟੈਲੀਗ੍ਰਾਮ ਗਰੁੱਪ ਦਾ ਸਭ ਤੋਂ ਵੱਡਾ ਬੈਨੀਫਿਟ ਕਿ ਤੁਹਾਨੂੰ ਇੱਥੇ ਕਰਵਾਏ ਜਾਂਦੇ ਆ ਕੁਇਜ਼ ਜਿਹਦੇ ਵਿੱਚ ਤੁਸੀਂ ਪਾਰਟਿਸਿਪੇਟ ਕਰ ਸਕਦੇ ਹੋ ਤੇ ਆਪਣਾ ਜਿਹੜਾ ਲੈਵਲ ਹੈ ਤਿਆਰੀ ਦਾ ਲੈਵਲ ਹੈ ਉਹ ਚੈੱਕ ਕਰ ਸਕਦੇ ਹੋ ਕਿ ਜੋ ਵੀ ਤੁਹਾਡੇ ਲਈ ਕੁਇਜ਼ ਬਣਦੇ ਆ ਉਹ ਬਹੁਤ ਹੀ ਕਹਿ ਲਓ ਇੰਪੋਰਟੈਂਟ ਕੁਐਸਚਨਸ ਨੂੰ ਲੈ ਕੇ ਹੀ ਬਣਾਏ ਜਾਂਦੇ ਆ ਸੋ ਟਰਾਈ ਕਰਿਆ ਕਰੋ ਹਰ ਇੱਕ ਜਿਹੜਾ ਕੁਇਜ਼ ਹੈ ਤੁਸੀਂ ਪਾਰਟਿਸਿਪੇਟ ਕਰੋ ਤੇ ਟੈਲੀਗ੍ਰਾਮ ਗਰੁੱਪ ਹੈ ਜਿਹੜਾ ਤੁਸੀਂ ਜੁਆਇਨ ਕਰ ਲੈਣਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈ ਜਿਹੜਾ ਤੁਹਾਨੂੰ ਮਿਲ ਜਾਏਗਾ ਸੋ ਹੁਣ ਸਟਾਰਟ ਕਰਦੇ ਹਾਂ ਜੀ ਆਪਾਂ ਅੱਜ ਦੀ ਕਲਾਸ 33rd ਕਲਾਸ ਹੈ ਅਗੇਨ ਦੱਸ ਦਿੱਤਾ ਜਾਵੇ ਟ੍ਰਿਕਸ ਦੇ ਨਾਲ ਨਿਮੋਨਿਕਸ ਦੇ ਨਾਲ ਆਪਾਂ ਕਲਾਸ ਹੈ ਜਿਹੜੀ ਕਰਾਂਗੇ ਵਨ ਵਰਡ ਸਬਸਟੀਟਿਊਸ਼ਨ ਆਪਾਂ ਡਿਸਕਸ ਕਰਾਂਗੇ ਸਿਨੋਨਿਮ ਐਂਟੋਨਿਮ ਮੀਡੀਅਮ ਫਰੇਜ਼ਲ ਆਪਾਂ ਜਿਹੜਾ ਹਰ ਇੱਕ ਟੌਪਿਕ ਹੈ ਜਿਹਦਾ ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਕਵਰ ਕਰਾਂਗੇ ਤੇ ਸਭ ਤੋਂ ਪਹਿਲਾ ਟੌਪਿਕ ਹੈ ਜੀ ਆਪਣਾ ਅੱਜ ਦਾ ਵਨ ਵਰਡ ਸਬਸਟੀਟਿਊਸ਼ਨ ਹੁਣ ਤੁਸੀਂ ਸਾਰੇ ਜਾਣਦੇ ਹੋ ਵਨ ਵਰਡ ਸਬਸਟੀਟਿਊਸ਼ਨ ਕਿਹਨੂੰ ਕਿਹਾ ਜਾਂਦਾ ਹੈ ਅਨੇਕ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦਾਂ ਵਾਸਤੇ ਜਿਹੜਾ ਆਪਾਂ ਯੂਜ਼ ਕਰ ਲੈਂਦੇ ਹਾਂ ਹਾਂਜੀ ਆਪਣੇ ਕੋਲ ਫਰੇਜ਼ਸ ਹੁੰਦੀਆਂ ਆਪਾਂ ਉਹਨਾਂ ਦੇ ਵਾਸਤੇ ਦੱਸਣਾ ਹੁੰਦਾ ਹੈ ਵਨ ਵਰਡ ਸਭ ਤੋਂ ਪਹਿਲੀ ਫਰੇਜ਼ ਜਿਵੇਂ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਚੁੱਕੀ ਹੈ ਫਰਸਟ ਫਰੇਜ਼ ਹੈ ਜੀ ਆਪਣੀ ਟੂ ਰਨ ਅਵੇ ਸੀਕ੍ਰੇਟਲੀ ਵਿਦ ਰੋਮਾਂਟਿਕ ਪਾਰਟਨਰ ਤਾਂ ਜਦੋਂ ਕਦੇ ਆਪਾਂ ਨਹੀਂ ਕਹਿੰਦੇ ਹੁੰਦੇ ਭੱਜ ਗਿਆ ਕੋਈ ਹੈ ਨਾ ਤਾਂ ਉਹ ਵੀ ਸੇਮ ਸੀ ਜਦੋਂ ਕੋਈ ਪਰਸਨ ਰੋਮਾਂਟਿਕ ਪਾਰਟਨਰ ਦੇ ਨਾਲ ਆਪਣੇ ਕਿਸੇ ਕਹਿ ਲਓ ਰੋਮਾਂਟਿਕ ਪਾਰਟਨਰ ਦੇ ਨਾਲ ਫਰਾਕ ਹੋ ਜਾਂਦਾ ਹੈ ਭੱਜ ਜਾਂਦਾ ਹੈ ਤਾਂ ਉਹਨੂੰ ਕੀ ਕਿਹਾ ਜਾਂਦਾ ਹੈ ਇਲੋਪ ਵਰਡ ਹੈ ਜਿਹੜਾ ਯੂਜ਼ ਕੀਤਾ ਜਾਂਦਾ ਹੈ ਲੋਪ ਤੋਂ ਤੁਸੀਂ ਬਣਾ ਲੈਣਾ ਲੋਪ ਹੋ ਗਿਆ ਮਤਲਬ ਕੀ ਹੋ ਗਿਆ ਲੋਪ ਕਹਿ ਲਓ ਅਲੋਪ ਹੋ ਗਿਆ ਅਲੋਪ ਹੋ ਗਿਆ ਮਤਲਬ ਉਹ ਗੁੰਮ ਹੀ ਗਿਆ ਹੁਣ ਉਹ ਸਾਹਮਣੇ ਤਾਂ ਨਹੀਂ ਆਊਗਾ ਜਦੋਂ ਭੱਜ ਕੇ ਗਏ ਹੈ ਨਾ ਤੇ ਟੂ ਰਨ ਅਵੇ ਸੀਕ੍ਰੇਟਲੀ ਵਿਦ ਰੋਮਾਂਟਿਕ ਪਾਰਟਨਰ ਵਿਦ ਕਾਰਡ ਅਲੋਪ ਤਾਂ ਤੁਸੀਂ ਇਹ ਜਿਹੜਾ ਅਲੋਪ ਤੋਂ ਚਾਲ ਕਰ ਸਕਦੇ ਹੋ ਪੰਜਾਬ ਆਪਣਾ ਪੰਜਾਬੀ ਦਾ ਵਰਡ ਹੈ ਨਾ ਅਲੋਪ ਅਲੋਪ ਹੋ ਜਾਣਾ ਮਤਲਬ ਕੀ ਹੋ ਜਾਣਾ ਉਹਨੂੰ ਬਚਾਣਾ ਕਿਧਰੇ ਇਹੋ ਜਿਹੀ ਥਾਂ ਤੇ ਹੋ ਜਾਣਾ ਵੀ ਪਤਾ ਹੀ ਨਹੀਂ ਲੱਗਦਾ ਵੀ ਕੋਈ ਕਿੱਥੇ ਫਿਰਦਾ ਹੈ ਨਾ ਤਾਂ ਉਹੀ ਸੇਮ ਚੀਜ਼ ਟੂ ਰਨ ਅਵੇ ਸੀਕ੍ਰੇਟਲੀ ਵਿਦ ਰੋਮਾਂਟਿਕ ਪਾਰਟਨਰ ਅਲੋਪ ਤੋਂ ਹੈ ਜਿਹੜਾ ਤੁਸੀਂ ਵਿਆਸ ਕਰ ਸਕਦੇ ਹੋ ਕਿ ਲੋਪ ਹੈ ਜਿਹੜਾ ਤੁਸੀਂ ਧਿਆਨ ਚ ਰੱਖਣਾ ਹੈ ਅੱਗੇ ਆਪਣੇ ਕੋਲ ਸੈਕੰਡ ਫਰੇਜ਼ ਦੈਟ ਇਜ਼ ਦਾ ਐਕਟ ਆਫ ਸੈਟਿੰਗ ਫ੍ਰੀ ਫਰੋਮ ਬੌਂਡੇਜ ਆਫ ਐਨੀ ਕਾਈਂਡ ਤਾਂ ਹੁਣ ਇਹਦਾ ਮੀਨਿੰਗ ਹੁੰਦਾ ਜੀ ਜਦੋਂ ਤੁਸੀਂ ਕਿਸੇ ਨੂੰ ਪੂਰੀ ਤਰੀਕੇ ਨਾਲ ਫ੍ਰੀडम ਦੇ ਦਿਓ ਕਿ ਤੁਸੀਂ ਕੁਝ ਵੀ ਕਰ ਸਕਦੇ ਹੋ ਜਦੋਂ ਤੁਹਾਨੂੰ ਕੋਈ ਪੂਰੀ ਫ੍ਰੀडम ਦੇ ਦਿੱਤੀ ਜਾਵੇ ਵੀ ਤੁਸੀਂ ਕੁਝ ਵੀ ਕਰੋ ਤਾਂ ਉਹ ਵਾਲੀ ਸਟੇਟ ਨੂੰ ਉਸ ਵਾਸਤੇ ਤੁਸੀਂ ਕੀ ਵਨ ਵਰਡ ਹੈ ਜਿਹੜਾ ਯੂਜ਼ ਕਰੋਗੇ ਉਹ ਹੈ ਜੀ ਇਮੈਂਸੀਪੇਸ਼ਨ ਇਮੈਂਸੀਪੇਸ਼ਨ
ਤਾਂ ਹੁਣ ਇਹਨੂੰ ਤੁਸੀਂ ਕਿਵੇਂ ਯਾਦ ਕਰੋਗੇ? ਤਾਂ ਅਗੇਨ ਤੁਸੀਂ ਇਹ ਜਿਹੜਾ ਮੈਨਸੀ ਵਰਡ ਤੋਂ ਬਣਾ ਲੈਣਾ। ਹੁਣ ਤੁਸੀਂ ਇਹ ਜਿਹੜਾ ਤੁਹਾਡੇ ਵਿੱਚ ਮੈਨ ਦੀਆਂ ਕਰੈਕਟਰਿਸਟਿਕ ਆ ਗਈਆਂ, ਤੁਹਾਡੇ ਕੋਲੇ ਜੋ ਵੀ ਤੁਸੀਂ ਕਰਨਾ ਚਾਹੋ ਆਪਣੇ ਅਕੋਰਡਿੰਗ ਆਪਣੇ ਜਿਹੜੇ ਹੈਗੇ ਕਹਿ ਲਓ ਡਿਸੀਜ਼ਨ ਹੈ ਜਿਹੜੇ ਤੁਸੀਂ ਮੇਕ ਕਰ ਸਕਦੇ ਹੋ। ਸੋ ਇਮੈਂਸੀਪੇਸ਼ਨ, ਤਾਂ ਅੱਗੇ ਤੁਹਾਡੇ ਕੋਲੇ ਅਗੇਨ ਦੁਬਾਰਾ ਦੱਸ ਦਿੱਤਾ ਜਾਵੇ, ਦਾ ਐਕਟ ਆਫ ਸੈਟਿੰਗ ਫ੍ਰੀ ਫਰੋਮ ਬੌਂਡੇਜ ਆਫ ਐਨੀ ਕਾਈਂਡ ਇਜ਼ ਕਾਲਡ ਇਮੈਂਸੀਪੇਸ਼ਨ। ਤਾਂ ਹੁਣ ਇਹ ਅਗੇਨ ਤੁਹਾਨੂੰ ਇਹ ਵੀ ਚੀਜ਼ ਪਤਾ ਹੋਣੀ ਚਾਹੀਦੀ ਹੈ, ਜਿਵੇਂ ਆਪਣੇ ਕੋਲੇ ਕਹਿ ਸਕਦੇ ਹਾਂ ਨਾ, ਬੱਚਾ ਹੁੰਦਾ ਹੈ, ਛੋਟਾ ਬੱਚਾ ਹੁੰਦਾ ਹੈ, ਉਹਨੂੰ ਤਾਂ ਉਹਦੇ ਪੇਰੈਂਟਸ ਦੀ ਦੇਖਭਾਲ ਦੇ ਵਿੱਚ ਰੱਖਿਆ ਜਾਂਦਾ ਹੈ। ਪੇਰੈਂਟਸ ਆ ਜਿਹੜੇ ਉਹਨੂੰ ਬਾਹਰ ਨਹੀਂ ਨਿਕਲਣ ਦਿੰਦੇ, ਜਿੱਥੇ ਵੀ ਕੋਈ ਜਾਂਦਾ ਹੈਗਾ ਤਾਂ ਉਹਦੇ ਨਾਲ ਜਾਂਦਾ ਹੈ ਨਾ। ਬਟ ਜਦੋਂ ਉਹ ਜਿਵੇਂ ਜਿਵੇਂ ਵੱਡਾ ਹੋਈ ਜਾਂਦਾ ਉਹਨੂੰ ਫ੍ਰੀਡਮ ਮਿਲਦੀ ਰਹਿੰਦੀ ਹੈ, ਤੇ ਹੌਲੀ ਹੌਲੀ ਜਿਹੜਾ ਉਹ ਜਦੋਂ ਕਾਫੀ ਜ਼ਿਆਦਾ ਏਜ ਹੋ ਜਾਂਦੀ ਹੈ ਉਹਦੀ, ਜਾਂ ਐਕਸਪੀਰੀਅੰਸ ਹੋ ਜਾਂਦਾ ਉਹਨੂੰ ਬਾਹਰ ਦੀ ਕਹਿ ਲਓ ਦੁਨੀਆ ਦਾ, ਤਾਂ ਫਿਰ ਇਹ ਜਿਹੜਾ ਉਹ ਇਕੱਲਾ ਵੀ ਹੈ ਜਿਹੜਾ ਘੁੰਮਦਾ ਫਿਰਦਾ ਰਹਿੰਦਾ। ਤੇ ਹੁਣ ਉਹ ਇਕੱਲਾ ਘੁੰਮਣ ਫਿਰਨ ਦਾ ਮਤਲਬ ਉਹ ਫ੍ਰੀ ਆ ਹੁਣ ਹਰ ਇੱਕ ਤਰੀਕੇ ਦੇ ਬੌਂਡੇਜ ਤੋਂ, ਤਾਂ ਉਹਨੂੰ ਇਮੈਂਸੀਪੇਸ਼ਨ ਤੁਸੀਂ ਇਹ ਜਿਹੜਾ ਕਹਿ ਸਕਦੇ ਹੋ। ਅੱਗੇ ਆ ਜਾਂਦੇ ਜੀ ਆਪਣੇ ਕੋਲੇ ਥਰਡ ਨੰਬਰ ਫਰੇਜ਼, ਦੈਟ ਇਜ਼ ਐਂਡਲੈਸ ਪੀਰੀਅਡ ਆਫ ਟਾਈਮ। ਤਾਂ ਹੁਣ ਇਹੋ ਜਿਹਾ ਟਾਈਮ ਪੀਰੀਅਡ ਜਿਹੜਾ ਕਿ ਕਦੇ ਖਤਮ ਨਹੀਂ ਹੋਣ ਵਾਲਾ, ਜਾਂ ਮਤਲਬ ਕਹਿ ਲਓ ਸਦਾ ਲਈ ਹੈ ਜਿਹੜਾ ਕੋਈ ਚੀਜ਼ ਚੱਲ ਰਹੀ ਹੈ, ਤਾਂ ਐਂਡਲੈਸ ਪੀਰੀਅਡ ਆਫ ਟਾਈਮ, ਤਾਂ ਉਹਨੂੰ ਕੀ ਕਿਹਾ ਜਾਏਗਾ? ਐਟਰਨਿਟੀ ਹੈ ਜਿਹੜਾ ਤੁਸੀਂ ਕਹਿ ਲਓ, ਮਤਲਬ ਉਹ ਟਰਨ ਨਹੀਂ ਹੋ ਰਹੀ, ਕੋਈ ਚੀਜ਼ ਹੈ ਜਿਹੜੀ ਟਰਨ ਨਹੀਂ ਹੋ ਰਹੀ, ਤਾਂ ਦੁਬਾਰਾ ਤੋਂ ਇਹ ਜਿਹੜਾ ਨਹੀਂ ਹੋ ਰਹੀ, ਇਟ ਮੀਨਸ ਐਂਡਲੈਸ ਹੀ ਹੈ। ਸੋ ਐਂਡਲੈਸ ਪੀਰੀਅਡ ਆਫ ਟਾਈਮ ਇਜ਼ ਕਾਲਡ ਐਟਰਨਿਟੀ। ਅੱਗੇ ਹੈ ਜੀ ਆਪਣੇ ਕੋਲੇ ਫਰੇਜ਼, ਦੈਟ ਇਜ਼ ਵਨ ਹੂ ਗੋਜ਼ ਫॉर ਅ ਸੀਕ੍ਰੀਟ ਆਫੀਸ਼ੀਅਲ ਮਿਸ਼ਨ। ਤਾਂ ਇਹ ਯੂਜ਼ ਕੀਤਾ ਜਾਂਦਾ ਹੈ ਜੀ ਜਦੋਂ ਕੋਈ ਆਫੀਸ਼ੀਅਲ ਮਿਸ਼ਨ ਹੋਵੇ ਤੇ ਸੀਕ੍ਰੀਟਲੀ ਜਿਹੜਾ ਹੈਗਾ ਉਹ ਕੀਤਾ ਜਾਵੇ, ਤਾਂ ਉੱਥੇ ਤੁਹਾਡੇ ਕੋਲ ਵਰਡ ਆ ਜਾਂਦਾ ਇਮਿਸਰੀ। ਹੁਣ ਸੀਕ੍ਰੀਟ ਹੈ ਮਤਲਬ ਕਿ ਤੁਸੀਂ ਕਿਸੇ ਨੂੰ ਦੱਸਣ ਦੀ ਕੋਸ਼ਿਸ਼ ਨਹੀਂ ਕਰੋਗੇ, ਤਾਂ ਆਪਣੇ ਕੋਲ ਸੀਕ੍ਰੀਟ ਫਾਰਮ ਦੇ ਵਿੱਚ ਰਹੇਗਾ। ਇਹਦੇ ਵਿੱਚ ਤੁਸੀਂ ਕੀ ਕਰੋਗੇ? ਉਹਨੂੰ ਬਹੁਤ ਹੀ ਧਿਆਨ ਨਾਲ ਕਰੋਗੇ। ਸੋ ਇਮਿਸਰੀ ਵਰਡ ਹੈ ਯੂਜ਼ ਕੀਤਾ ਜਾਏਗਾ। ਹੁਣ ਯਾਦ ਕਿਵੇਂ ਕਰਨਾ ਹੈ? ਯਾਦ ਕਰਨ ਦਾ ਤਰੀਕਾ ਤੁਸੀਂ ਦੇਖ ਲਓ, ਆਫੀਸ਼ੀਅਲ ਮਿਸ਼ਨ, ਮਿਸ਼ਨ ਤੋਂ ਬਣਾ ਲੈਣਾ, MISS ਨਾਲ ਹੀ ਸਟਾਰਟ ਹੋ ਰਿਹਾ ਮਿਸ਼ਨ। ਸੋ MISS ਜਿਹੜਾ ਤੁਹਾਡਾ ਸੈਂਟੈਂਸ ਵਰਡ ਦੇ ਵਿੱਚ ਤੁਹਾਨੂੰ ਲਿਖ ਰਿਹਾ। ਸੋ ਇਮਿਸਰੀ, ਮਿਸ ਹੋ ਜਾਣਾ ਕਿਸੇ ਥਾਂ ਦੇ ਉੱਤੋਂ ਕਹਿ ਲਓ ਬਿਲਕੁਲ ਲੁਪਤ ਹੋ ਜਾਣਾ, ਤਾਂ ਤੁਸੀਂ ਕਹਿ ਲਓ ਸੀਕ੍ਰੇਟ ਮਿਸ਼ਨ ਦੇ ਉੱਤੇ ਤੁਸੀਂ ਚੱਲ ਰਹੇ ਹੋ। ਸੋ ਇਮਿਸਰੀ ਹੈ ਜਿਹੜਾ ਤੁਸੀਂ ਯੂਜ਼ ਕਰੋ। ਅੱਗੇ ਆ ਜਾਂਦਾ ਜੀ ਆਪਣੇ ਕੋਲੇ 5 ਨੰਬਰ ਫਰੇਜ਼ ਆ ਆਪਣਾ। ਹਾਂਜੀ, ਤਾਂ 5th ਨੰਬਰ ਫਰੇਜ਼ ਹੈ ਜਿਹੜੀ ਆਪਣੀ ਉਹ ਹੈ, the dates when days and nights are of equal length। ਤਾਂ ਹੁਣ ਇਹੋ ਜਿਹੇ ਦਿਨ ਜਦੋਂ ਕਿ ਆਪਣੇ ਕੋਲ ਕਹਿ ਲਓ ਦਿਨ ਤੇ ਰਾਤ ਬਰਾਬਰ ਬਰਾਬਰ ਦੇ ਹੁੰਦੇ ਆ, ਜਿੰਨਾ ਟਾਈਮ ਤੁਹਾਡੇ ਕੋਲ ਦਿਨ ਚੱਲਦਾ ਉਹਨਾਂ ਟਾਈਮ, ਜਿਵੇਂ ਆਪਾਂ ਕਹਿ ਰਹੇ ਨੇ 24 ਆਵਰਸ ਦੀ, ਤਾਂ 12 ਘੰਟਿਆਂ ਦਾ ਦਿਨ ਹੋਊਗਾ, 12 ਘੰਟੇ ਦੀ ਰਾਤ ਹੋਊਗੀ। ਇਸ ਤਰੀਕੇ ਨਾਲ dates when days and nights are of equal length, ਮਤਲਬ ਉਹਨਾਂ ਦੀ ਲੈਂਥ ਹੈ ਜਿਹੜੀ ਇਕੁਅਲ ਰਹਿੰਦੀ ਹੈ, ਤਾਂ ਉਹਨੂੰ ਕੀ ਕਿਹਾ ਜਾਂਦਾ? ਇਕੀਨੋਕਸ ਵਰਡ ਹੈ ਜਿਹੜਾ ਯੂਜ਼ ਕੀਤਾ ਜਾਂਦਾ। ਸੋ ਇਕੁਅਲ ਦਾ ਤੁਸੀਂ ਆਹ ਵਾਲਾ ਵਰਡ ਯਾਦ ਰੱਖ ਲਿਓ, 21, 21 ਵਰਡ ਤੁਹਾਡਾ ਇਕੁਅਲ ਦੇ ਨਾਲ ਮਿਲਦਾ ਜੁਲਦਾ, ਇਕੁਅਲ 21। ਤਾਂ ਇਹ ਤੁਹਾਡੇ ਕੋਲੇ ਜਿਵੇਂ ਹੁਣ ਤੁਸੀਂ ਜਾਣਦੇ ਹੀ ਹੋ ਆਪਣੇ ਕੋਲੇ 21 ਮਾਰਚ ਹੁੰਦਾ ਹੈ ਨਾ, 21 ਮਾਰਚ, ਇਸ ਦਿਨ ਤੇ ਰਾਤ ਹੈ ਜਿਹੜਾ ਮੰਨੇ ਜਾਂਦੇ ਵੀ ਇੱਕੋ ਜਿਹੇ ਹੁੰਦੇ ਹੈਗੇ, ਮਤਲਬ ਉਹਨਾਂ ਦੀ ਲੈਂਥ ਇੱਕੋ ਜਿਹੀ ਹੁੰਦੀ ਹੈ। ਸੈਕਿੰਡ ਤੁਸੀਂ ਦੇਖਦੇ ਹੁੰਦੇ ਹੋ 23 ਸੈਪਟੈਂਬਰ, 21 ਮਾਰਚ ਤੇ 23 ਸੈਪਟੈਂਬਰ, ਇਹ ਦੋਨੋਂ ਹੈ ਜਿਹੜੇ ਡੇਟਸ ਤੁਹਾਡੇ ਕੋਲ ਇਕੀਨੋਕਸ ਦੇ ਵਿੱਚ ਆ ਜਾਂਦੇ। ਇਕੀਨੋਕਸ ਬੇਸਿਕਲੀ ਇਹਨਾਂ ਦੋ ਡੇਟਸ ਦੇ ਵਿੱਚ ਹੀ ਹੁੰਦਾ ਹੈ। The dates when days and nights are of equal length is called equinox। ਨੈਕਸਟ ਹੈ ਆਪਣੇ ਕੋਲ ਫਰੇਜ਼, that is long poem based on a novel theme। ਤਾਂ ਹੁਣ ਇਹੋ ਜਿਹੀ ਲੰਬੀ ਸਾਰੀ ਪੋਇਮ ਜਿਹੜੀ ਕਿ ਇੱਕ ਨੋਬਲ ਨੈਤਿਕ ਜਾਂ ਕਹਿੰਦੇ ਉਹ ਥੀਮ ਹੈ ਜਿਹੜਾ ਉਹ ਪ੍ਰੋਵਾਈਡ ਕਰਵਾ ਰਹੀ ਹੋਵੇ, ਪ੍ਰੋਵਾਈਡ ਸ਼ੇਅਰ ਕਰ ਰਹੀ ਹੋਵੇ। ਸੋ ਅੱਗੇ ਅੱਗੇ ਤੁਹਾਡੇ ਕੋਲ ਇਹਦਾ ਮੀਨਿੰਗ ਵਰਡ ਕੀ ਆਪਣੇ ਕੋਲ ਇਹਦੇ ਮੀਨਿੰਗ ਦੇ ਵਿੱਚ ਉਹ ਹੈ ਐਪਿਕ। ਐਪਿਕ ਜਿਵੇਂ ਤੁਸੀਂ ਕਹਿ ਸਕਦੇ ਹੋ ਜੀ ਸਭ ਤੋਂ ਵੱਡਾ ਜਿਹੜਾ ਆਪਾਂ ਕਹੀਏ ਐਪਿਕ ਕੌਣ ਹੈ, ਨੋਬਲ ਪੋਇਮ ਕਿਹੜੀ ਹੈ, ਜਾਂ ਫਿਰ ਸਿੰਪਲ ਕਹਿ ਲਓ ਲੌਂਗੈਸਟ ਪੋਇਮ ਕਿਹੜੀ ਹੈ, ਤਾਂ ਉਹਨੂੰ ਆਪਾਂ ਮਹਾਭਾਰਤ ਦੇ ਵਿੱਚ ਲੈ ਕੇ ਚੱਲਦੇ ਹਾਂ। ਮਹਾਭਾਰਤ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ। ਮਹਾਭਾਰਤ ਹੈ ਜਿਹੜੀ ਸਭ ਤੋਂ ਵੱਡੀ ਐਪਿਕ ਮੰਨੀ ਜਾਂਦੀ ਹੈ, ਲੌਂਗੈਸਟ ਐਪਿਕ ਹੈ ਜਿਹੜੀ ਮੰਨੀ ਜਾਂਦੀ ਹੈ। ਸੋ ਲੌਂਗ ਪੋਇਮ ਬੇਸਡ ਔਨ ਅ ਨੋਬਲ ਥੀਮ ਇਜ਼ ਕਾਲਡ ਐਪਿਕ। ਹਾਂਜੀ, ਤਾਂ ਹੁਣ ਇਹ ਸੀਗੇ ਆਪਣੇ ਫਰੇਜ਼ਸ ਜੋ ਆਪਾਂ ਡਿਸਕਸ ਕੀਤੇ ਆ ਵਨ ਵਰਡ ਸਬਸਟੀਟਿਊਸ਼ਨ ਦੇ ਵਿੱਚ ਲੈਣੇ ਆ ਇੱਕ ਵਾਰ ਇਹਨਾਂ ਦੀ ਕੁਇਕ ਰਿਵੀਜ਼ਨ, ਦੈਨ ਆਪਾਂ ਜਿਹੜਾ ਨੈਕਸਟ ਟੌਪਿਕ ਆਪਾਂ ਕਰਾਂਗੇ ਦੇਖੋ ਜੀ। ਫਰਸਟ ਫਰੇਜ਼ ਸੀ ਆਪਣੇ ਟੂ ਰਨ ਅਵੇ ਸੀਕ੍ਰੇਟਲੀ ਵਿਦ ਰੋਮਾਂਟਿਕ ਪਾਰਟਨਰ ਇਜ਼ ਕਾਲਡ ਅਲੋਪ, ਮਤਲਬ ਅਲੋਪ ਹੋ ਰਹੇ ਨੇ ਉਹ ਭੱਜ ਗਏ। ਅੱਗੇ ਤੁਹਾਡੇ ਕੋਲੇ ਸੈਕਿੰਡ, ਦੈਟ ਇਜ਼ ਦ ਐਕਟ ਆਫ ਸੈਟਿੰਗ ਫ੍ਰੀ ਫਰੋਮ ਬੌਂਡੇਜ ਆਫ ਐਨੀ ਕਾਈਂਡ ਇਜ਼ ਕਾਲਡ ਇਮੈਂਸੀਪੇਸ਼ਨ। Next phrase is endless period of time and the word is eternity. Next is one who goes for a secret official mission and the word for this is MSC. Next is the dates when days and nights are of equal length and the word for this phrase is equinox. And the last phrase that we have discussed is a long poem based on a noble theme and the one word for this phrase is epic. The epic ਹੈ ਜਿਹੜਾ ਤੁਸੀਂ ਧਿਆਨ ਚ ਰੱਖਣਾ ਹੈ, long poem ਹੁੰਦੀ ਹੈ, noble theme ਹੈ ਜਿਹੜਾ ਤੁਹਾਨੂੰ ਪ੍ਰੋਵਾਈਡ ਕਰਦੀ ਹੈ। ਇਹ ਸੀ ਜੀ ਆਪਣੇ ਵਨ ਵਰਡ ਸਬਸਟੀਟਿਊਸ਼ਨ। ਨੈਕਸਟ ਟੌਪਿਕ ਜੋ ਆਪਾਂ ਕਰਾਂਗੇ ਉਹ ਹੈ ਆਪਣਾ ਈਡੀਅਮ ਫਰੇਜ਼ਸ। ਸੋ ਈਡੀਅਮ ਫਰੇਜ਼ਸ ਦੇਖਾਂਗੇ ਹੁਣ ਆਪਾਂ ਵਨ ਬਾਏ ਵਨ ਇਹਨਾਂ ਨੂੰ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਜਿਹੜੀ ਫਰੇਜ਼ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਰਹੀ ਹੈ ਦੈਟ ਇਜ਼ ਸਿਟਿੰਗ ਔਨ ਅ ਗੋਲਡ ਮਾਈਨ। ਸਿਟਿੰਗ ਦਾ ਮਤਲਬ ਹੁੰਦਾ ਹੈ ਬੈਠਣਾ, ਗੋਲਡ ਦਾ ਮਤਲਬ ਤੁਸੀਂ ਸਾਰੇ ਜਾਣਦੇ ਹੋ ਸੋਨੇ ਵਾਸਤੇ ਯੂਜ਼ ਕੀਤਾ ਜਾਂਦਾ ਹੈ, ਮਾਈਨ ਕੀ ਹੁੰਦੀ ਹੈ ਖਾਣ।
ਤੁਸੀਂ ਸੋਨੇ ਦੀ ਖਾਣ ਦੇ ਉੱਤੇ ਬੈਠੇ ਹੋ ਮਤਲਬ ਕਿ ਤੁਹਾਡੇ ਕੋਲੇ ਬਹੁਤ ਜ਼ਿਆਦਾ ਕੋਈ ਪੋਟੈਂਸ਼ੀਅਲੀ ਵੈਲਿਊਏਬਲ ਚੀਜ਼ ਹੈ ਜਿਹੜੀ ਤੁਸੀਂ ਓਨ ਕਰ ਰਹੇ ਹੋ ਜਿਹਦੇ ਤੇ ਤੁਸੀਂ ਮਾਲਕਾਨਾ ਹੱਕ ਆ ਜਿਹੜਾ ਆਪਣਾ ਜਤਾ ਰਹੇ ਹੋ ਸੋ ਸਿਟਿੰਗ ਔਨ ਅ ਗੋਲਡ ਮਾਈਨ ਦਾ ਮੀਨਿੰਗ ਹੁੰਦਾ ਟੂ ਓਨ ਸਮਥਿੰਗ ਪੋਟੈਂਸ਼ੀਅਲੀ ਵੈਲਿਊਏਬਲ ਮਤਲਬ ਕੋਈ ਬਹੁਤ ਹੀ ਜ਼ਿਆਦਾ ਕੀਮਤੀ ਚੀਜ਼ ਹੈ ਜਿਹੜੀ ਤੁਸੀਂ ਓਨ ਕਰ ਰਹੇ ਹੋ ਆਪਣੇ ਕਬਜ਼ੇ ਦੇ ਵਿੱਚ ਲੈ ਰਹੇ ਹੋ ਤਾਂ ਇਹਦਾ ਮੀਨਿੰਗ ਹੈ ਜਿਹੜਾ ਤੁਹਾਡੇ ਕੋਲ ਫਰੇਜ਼ ਦਾ ਅੱਗੇ ਆਪਣੇ ਕੋਲ ਹੈ ਜੀ ਫਰੇਜ਼ ਦੈਟ ਇਜ਼ ਸਲਿਪ ਵਨਸ ਮਾਈਂਡ ਜਦੋਂ ਆਪ ਕਹਿੰਦੇ ਹੁੰਦੇ ਹੋ ਮਤਲਬ ਤਾਂ ਭੁੱਲ ਗਏ ਹੋ ਗਿਆ ਹਨਾ ਮੇਰੇ ਤਾਂ ਮਾਈਂਡ ਤੋਂ ਸਕਿਪ ਹੋ ਗਿਆ ਉਹੀ ਸੇਮ ਚੀਜ਼ ਮਾਈਂਡ ਤੋਂ ਸਕਿਪ ਹੋ ਗਿਆ ਸਲਿਪ ਹੋ ਗਿਆ ਤਾਂ ਉਹੀ ਸੇਮ ਚੀਜ਼ ਹੈ ਜਦੋਂ ਤੁਸੀਂ ਕਿਸੇ ਚੀਜ਼ ਬਾਰੇ ਭੁੱਲ ਜਾਓ ਸਲਿਪ ਵਨਸ ਮਾਈਂਡ ਦਾ ਮੀਨਿੰਗ ਹੈ ਜੀ ਆਪਣੇ ਕੋਲੇ ਟੂ ਫੋਰਗੇਟ ਸਮਥਿੰਗ ਕੁਝ ਕਰਨਾ ਜਦੋਂ ਤੁਸੀਂ ਭੁੱਲ ਜਾਂਦੇ ਹੋ ਤਾਂ ਤੁਸੀਂ ਯੂਜ਼ ਕਰ ਲੈਂਦੇ ਹੋ ਸਲਿਪ ਵਨਸ ਮਾਈਂਡ ਤਾਂ ਹੁਣ ਕੀ ਪਾਪਾ ਕਹਿੰਦੇ ਮਾਈਂਡ ਤੋਂ ਸਕਿਪ ਹੋ ਗਿਆ ਤਾਂ ਉਹੀ ਸੇਮ ਤੁਸੀਂ ਆ ਜਿਹੜਾ ਉਹਦੀ ਥਾਂ ਤੇ ਫਰੇਜ਼ ਯੂਜ਼ ਕਰ ਲਿਆ ਕਰੋ ਸਲਿਪ ਵਨਸ ਮਾਈਂਡ ਮੀਨਿੰਗ is to forget something ਨੈਕਸਟ ਫਰੇਜ਼ ਆਪਣੀ ਸੈਲਿੰਗ ਲਾਈਕ ਹੌਟ ਕੇਕਸ ਤਾਂ ਹੁਣ ਆਪਣੇ ਕੋਲੇ ਕੀ ਹੁੰਦਾ ਹੈ ਬੇਸਿਕਲੀ ਦੇਖਿਆ ਜਾਵੇ ਤਾਂ ਜਦੋਂ ਕੇਕਸ ਵਗੈਰਾ ਜਿਹੜਾ ਵੇਚਣ ਦਾ ਕੰਮ ਕੀਤਾ ਜਾਂਦਾ ਹੈ ਜਦੋਂ ਉਹ ਬਣ ਰਹੇ ਹੁੰਦੇ ਆ ਤਾਂ ਜ਼ਿਆਦਾਤਰ ਜਿਹੜੇ ਫਰੈਸ਼ ਕੇਕਸ ਨੇ ਉਹ ਬਹੁਤ ਜ਼ਿਆਦਾ ਵਿਕਦੇ ਹੁੰਦੇ ਆ ਨਾ ਜਦੋਂ ਤੁਸੀਂ ਕਦੇ ਬੇਕਰੀ ਵਗੈਰਾ ਦੀ ਸ਼ਾਪ ਦੇ ਉੱਤੇ ਗਏ ਹੋ ਕੇਕ ਦਾ ਆਰਡਰ ਕੀਤਾ ਹੋਵੇ ਤਾਂ ਤੁਸੀਂ ਕਹਿੰਦੇ ਹੋ ਕਿ ਸਾਨੂੰ ਫਰੈਸ਼ ਕੇਕ ਬਣਾ ਕੇ ਦੇ ਦਿਓ ਤਾਂ ਉਹੀ ਸੇਮ ਚੀਜ਼ ਆ ਜਾਏਗਾ ਜੀ ਸੈਲਿੰਗ ਲਾਈਕ ਹੌਟ ਕੇਕਸ ਮਤਲਬ ਫਰੈਸ਼ ਕੇਕਸ ਦੀ ਤਰ੍ਹਾਂ ਕੋਈ ਚੀਜ਼ ਵਿਕਣਾ ਇਟ ਮੀਨਸ ਹੈਵ ਅ ਵੈਰੀ ਗੁੱਡ ਸੇਲ ਬਹੁਤ ਵਧੀਆ ਕਹਿ ਲਓ ਸੇਲ ਹੋਣਾ ਕਿਸੇ ਚੀਜ਼ ਦੀ ਵਿਕਰੀ ਹੋਣਾ ਅੱਗੇ ਆਪਣੇ ਕੋਲ ਫਰੇਜ਼ ਦੈਟ ਇਜ਼ ਸੈਪਰੇਟ ਦਾ ਵੀਟ ਫਰੋਮ ਦਾ ਸ਼ੈਫ ਵੀਟ ਦਾ ਮਤਲਬ ਹੁੰਦਾ ਜੀ ਕਣਕ ਕਣਕ ਵਾਸਤੇ ਆਪਾਂ ਯੂਜ਼ ਕਰ ਲੈਂਦੇ ਹਾਂ ਸ਼ੈਫ ਹੋ ਗਿਆ ਤੁਹਾਡਾ ਜਿਵੇਂ ਹੁਣ ਦੇਖੋ ਹੁਣ ਇਹ ਕਣਕ ਹੈ ਇੱਕ ਕਣਕ ਦੀ ਬੱਲੀ ਜੀ ਹੁੰਦੀ ਹੈ ਨਾ ਕਣਕ ਦੀਆਂ ਬੱਲੀਆਂ ਹੁੰਦੀਆਂ ਨੇ ਇਸ ਤਰੀਕੇ ਨਾਲ ਹੈ ਜਿਹੜੀ ਕਣਕ ਦੀ ਇੱਕ ਬੱਲੀ ਆਪਾਂ ਬਣਾ ਲਈ ਪੂਰੇ ਦਾ ਪੂਰਾ ਮੁੱਠਾ ਜਿਹਾ ਕਣਕ ਦਾ ਹਾਂਜੀ ਤਾਂ ਹੁਣ ਆਪਾਂ ਕੀ ਕਰਦੇ ਹਾਂ ਵੀਟ ਮਤਲਬ ਹੋ ਗਈ ਕਣਕ ਸ਼ੈਪ ਦਾ ਮਤਲਬ ਹੈ ਜਿਹੜਾ ਫਾਲਤੂ ਦਾ ਜਿਹੜਾ ਘਾਸਾ ਘੂਸਾ ਜਿਹੜਾ ਆਸੇ-ਪਾਸੇ ਲੱਗਿਆ ਹੋਇਆ ਉਹ ਤਾਂ ਹੁਣ ਆਪਣੇ ਕੋਲੇ ਸਪਰੇਟ ਕੀਤਾ ਜਾ ਰਿਹਾ ਬੀਟ ਨੂੰ ਫਰੋਮ ਦਾ ਸ਼ੈਪ ਮਤਲਬ ਉਹਦੇ ਜਿਹੜੇ ਫੋਲਕ ਵਗੈਰਾ ਹੁੰਦੇ ਹੈਗੇ ਕਵਰ ਹੁੰਦਾ ਜਿਹੜਾ ਬੀਟ ਦੇ ਉੱਪਰ ਕਣਕ ਦੇ ਉੱਪਰ ਤਾਂ ਉਹਨੂੰ ਰਿਮੂਵ ਕੀਤਾ ਜਾ ਰਿਹਾ ਇਟ ਮੀਨਸ ਤੁਸੀਂ ਕਿਸੇ ਵੈਲਿਊਏਬਲ ਚੀਜ਼ ਨੂੰ ਜਿਹੜਾ ਬਾਹਰ ਕੱਢ ਰਹੇ ਹੋ ਕਿਸੇ ਰੋਥਲੈਸ ਦੇ ਵਿੱਚ ਸੋ ਟੂ ਸਪਰੇਟ ਦਾ ਵੈਲਿਊਏਬਲ ਫਰੋਮ ਦਾ ਰੋਥਲੈਸ ਮਤਲਬ ਜਿਹੜਾ ਹੁਣ ਉਹ ਥੋੜਾ ਘਾਹ ਫੂਸ ਜਿਹੜਾ ਹੈਗਾ ਕਿ ਉੱਪਰ ਵਾਲਾ ਕਵਰ ਹੈ ਹੁਣ ਉਹਦਾ ਤਾਂ ਕੋਈ ਕੰਮ ਨਹੀਂ ਹੈ ਆਪਾਂ ਤਾਂ ਕਣਕ ਯੂਜ਼ ਕਰਨੀ ਹੈ ਸੋ ਕਣਕ ਆਪਣੇ ਲਈ ਵੈਲਿਊਬਲ ਚੀਜ਼ ਹੈ ਤੇ ਜਿਹੜਾ ਉਹ ਸ਼ੈਫ ਹੋਏਗਾ ਜਾਂ ਉੱਪਰ ਵਾਲਾ ਜਿਹੜਾ ਆਪਾਂ ਕਹਿ ਲਓ ਘਾਹ ਫੂਸ ਹੁੰਦਾ ਜਿਹੜਾ ਉੱਪਰ ਵਾਲਾ ਉਹਦਾ ਕਵਰ ਹੁੰਦਾ ਉਹ ਕੀ ਹੁੰਦਾ ਰੋਥਲੈਸ ਹੁੰਦਾ ਸੋ ਟੂ ਸਪਰੇਟ ਦਾ ਵੈਲਿਊਬਲ ਫਰੋਮ ਦਾ ਰੋਥਲੈਸ ਆਪਾਂ ਜਿਹੜਾ ਹੈਗਾ ਸਪੈਲਿੰਗ ਆਪਣੇ ਜਿਹੜੇ ਫਰੇਜ਼ਸ ਨੇ ਉਹਨਾਂ ਤੋਂ ਹੀ ਇਹਨਾਂ ਦੇ ਮੀਨਿੰਗ ਹੈ ਜਿਹੜੇ ਉਹ ਕੱਢਣੇ ਹੁੰਦੇ ਆ ਸੋ ਟਰਾਈ ਕਰਿਆ ਕਰੋ ਕਿ ਆਪਣੇ ਆਪ ਜਿਹੜਾ ਇੱਕ ਵਾਰ ਇਹਨਾਂ ਦਾ ਮੀਨਿੰਗ ਜ਼ਰੂਰ ਪੜ੍ਹੇ ਅੱਗੇ ਆ ਜਾਂਦਾ ਜੀ ਆਪਣੇ ਕੋਲ 5 ਨੰਬਰ ਫਰੇਜ਼ ਦੈਟ ਇਜ਼ ਸਕੈਪ ਗੋਟ ਆਪਾਂ ਨੇ ਕਿਹਾ ਬਲੀ ਦਾ ਬੱਕਰਾ ਬਲੀ ਦਾ ਬੱਕਰਾ ਜਿਹੜਾ ਆਪਾਂ ਯੂਜ਼ ਕਰਦੇ ਹੁੰਦੇ ਆ ਸਕੈਪ ਗੋਟ ਉਹੀ ਹੈ ਹਾਂਜੀ ਤਾਂ ਸਕੈਪ ਗੋਟ ਯੂਜ਼ ਕੀਤਾ ਜਾਂਦਾ ਹੁਣ ਆਪਾਂ ਜਦੋਂ ਯੂਜ਼ ਕਰਾਂਗੇ ਕਿਸੇ ਨੂੰ ਵੀ ਤੁਸੀਂ ਜੇ ਬਲੀ ਦਾ ਬੱਕਰਾ ਕਹਿੰਦੇ ਹੋ ਤਾਂ ਬਲੀ ਦਾ ਬੱਕਰਾ ਬਣ ਗਿਆ ਵਿਚਾਰਾ ਤਾਂ ਉਹੀ ਸੇਮ ਚੀਜ਼ ਤੁਸੀਂ ਜਿਹੜਾ ਉਹਦੇ ਵਾਸਤੇ ਇੰਗਲਿਸ਼ ਦਾ ਵਰਡ ਯੂਜ਼ ਕਰਿਓ ਸਕੇਪ ਗੋਟ ਹਾਂਜੀ ਤਾਂ ਅੱਗੇ ਮੀਨਿੰਗ ਤੁਹਾਨੂੰ ਦੱਸਿਆ ਹੋਇਆ ਪਨਿਸ਼ਡ ਫॉर ਅਦਰਸ ਮਿਸਡੀਡਸ ਤਾਂ ਇਹਦਾ ਮੀਨਿੰਗ ਕੀ ਹੁੰਦਾ ਹੈ ਬਲੀ ਦਾ ਬੱਕਰਾ ਬਣਨਾ ਮਤਲਬ ਕੀ ਹੁੰਦਾ ਹੈ ਜਦੋਂ ਤੁਸੀਂ ਬਿਨਾਂ ਕਹ ਲਓ ਕੋਈ ਕੁਝ ਕੀਤਾ ਨਹੀਂ ਹੈ ਪਰ ਫਿਰ ਵੀ ਤੁਹਾਨੂੰ ਪਨਿਸ਼ਮੈਂਟ ਮਿਲੇਗੀ ਸੋ ਪਨਿਸ਼ਡ ਫॉर ਅਦਰਸ ਮਿਸਡੀਡਸ ਤਾਂ ਤੁਹਾਡੇ ਕੋਲ ਕੀ ਆ ਜਾਏਗਾ ਸਕੈਪ ਗੋਟ ਵਰਡ ਦਾ ਮੀਨਿੰਗ ਆ ਜਾਏਗਾ ਨੈਕਸਟ ਆਪਣੇ ਕੋਲੇ ਰੌਕ ਦਾ ਬੋਟ ਹੁਣ ਬੋਟ ਦਾ ਮੀਨਿੰਗ ਤੁਸੀਂ ਸਾਰੇ ਜਾਣਦੇ ਹੋ ਕਿਸ਼ਤੀ ਵਾਸਤੇ ਯੂਜ਼ ਕੀਤਾ ਜਾਂਦਾ ਹੈ ਹੁਣ ਇੱਕ ਤਾਂ ਕਿਸ਼ਤੀ ਕਹਿ ਲਓ ਸਟੇਬਲ ਸਿਚੁਏਸ਼ਨ ਦੇ ਵਿੱਚ ਆ ਜਿਹੜੀ ਚੱਲ ਰਹੀ ਹੈ ਪਾਣੀ ਦੇ ਵਿੱਚ ਆ ਜਿਹੜੀ ਰਿਵਰ ਦੇ ਵਿੱਚ ਕਹਿ ਲਓ ਚਾਹੇ ਲੇਕ ਦੇ ਵਿੱਚ ਕਹਿ ਲਓ ਫਲੋ ਕਰ ਰਹੀ ਹੈ ਬਟ ਜਦੋਂ ਤੁਹਾਡੇ ਕੋਲ ਉਹਦੇ ਤੇ ਤੁਸੀਂ ਰੌਕ ਮਾਰੀ ਰੌਕ ਦਾ ਮਤਲਬ ਹੁੰਦਾ ਹੈ ਕੋਈ ਨਾ ਕੋਈ ਪੱਥਰ ਮਾਰਿਆ ਹਨਾ ਤਾਂ ਉਹਦੀ ਤੇ ਥੋੜਾ ਜਿਹਾ ਕਹਿ ਲਓ ਟਰੰਬਲਿੰਗ ਹੋ ਜੂਗੀ ਉਹ ਹਿਲ ਜੂਗੀ ਜਿਹਦੇ ਕਰਕੇ ਜਿਹੜਾ ਬੈਲੈਂਸ ਵੀ ਵਿਗੜ ਸਕਦਾ ਸੋ ਇਹਦਾ ਮੀਨਿੰਗ ਤੁਸੀਂ ਇੱਥੇ ਬਣਾ ਸਕਦੇ ਹੋ ਵੀ ਤੁਸੀਂ ਬੋਟ ਦੇ ਉੱਤੇ ਕੀ ਕਰਿਆ ਬੋਟ ਜਾ ਰਹੀ ਸੀ ਉਹਦੇ ਰੌਕ ਮਾਰਿਆ ਇਟ ਮੀਨਸ ਕੀ ਹੋ ਗਿਆ ਉਹਦੀ ਸਿਚੁਏਸ਼ਨ ਸੀ ਜਿਹੜੀ ਉਹਨੂੰ ਡਿਸਟਰਬ ਕਰਤਾ ਸੋ ਡਿਸਟਰਬ ਔਰ ਸਟੇਬਲ ਸਿਚੁਏਸ਼ਨ ਜਿਹੜਾ ਤੁਹਾਡਾ ਮੀਨਿੰਗ ਹੋ ਜਾਏਗਾ ਫਰੇਜ਼ ਆਈ ਹੋਪ ਤੁਹਾਨੂੰ ਕਲੀਅਰ ਹੋ ਗਏ ਹੋਣਗੇ ਬਹੁਤ ਹੀ ਈਜ਼ੀ ਨੇ ਬਸ ਇੱਕ ਵਾਰ ਜਿਹੜਾ ਹੈਗਾ ਤੁਸੀਂ ਇਹਨਾਂ ਨੂੰ ਗੋ ਥਰੂ ਹੋਣਾ ਹੁੰਦਾ ਬਾਕੀ ਆਪਣਾ ਜਿਹੜਾ ਹੈਗਾ vocab portion ਇੰਨਾ ਜ਼ਿਆਦਾ ਡਿਫਿਕਲਟ ਨਹੀਂ ਹੁੰਦਾ ਜਿੰਨਾ ਆਪਾਂ ਸਮਝ ਲੈਣਾ ਸੋ ਦੇਖੋ ਆਪਣੇ ਜਿਹੜੇ ਇਡੀਅਮ ਫਰੇਜ਼ਸ ਆਪਾਂ ਡਿਸਕਸ ਕੀਤੇ ਇੱਕ ਵਾਰ ਇਹਨਾਂ ਦੇ ਕੋਈ ਰੀਜ਼ਨ ਲੈਣੇ ਦੇਨ ਆਪਾਂ ਸਿੰਪਲੀਮੈਂਟ ਮੈਂ ਜਿਹੜੇ ਡਿਸਕਸ ਕਰਾਂਗੇ ਹਾਂਜੀ ਤਾਂ ਫਰਸਟ phrase ਜੋ ਆਪਾਂ ਡਿਸਕਸ ਕੀਤੀ ਹੈ that is sitting on a gold mine and the meaning of this phrase is to own something potentially valuable next is slip one's mind and the meaning of this phrase is to forget something ਕਿਸੇ ਚੀਜ਼ ਨੂੰ ਭੁੱਲ ਜਾਣਾ Next phrase is selling like hotcakes and the meaning of this phrase is to have a very good sale बहुत बढ़िया बिक्री होना ਅੱਗੇ ਜੀ ਆਪਣੇ ਕੋਲੇ separate the wheat from the chaff and the meaning of this particular phrase is to separate the valuable from the worthless and next phrase is scapegoat and the meaning of this particular phrase is punished for others misdeeds and the phrase rock the boat meaning is disturb a stable situation I hope clear ਨਹੀਂ ਅੱਗੇ ਦੇਖਦੇ ਹਾਂ ਜੀ ਆਪਣਾ synonym antonyms ਦਾ portion that is ਸਮਾਨਾਰਥੀ ਤੇ ਵਿਰੋਧੀ ਸ਼ਬਦ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ वन बाय वन डिस्कस करांगे हाँ जी तो देखो फर्स्ट ਜਿਹੜਾ ਹੈਗਾ ਤੁਹਾਨੂੰ ਵਰਡ ਸਕਰੀਨ ਦੇ ਉੱਤੇ ਸ਼ੋ ਹੋ ਚੁੱਕਿਆ ਫਰਸਟ ਵਰਡ ਹੈ ਜੀ ਆਪਣਾ ਬ੍ਰਿਟਲ ਤਾਂ ਹੁਣ ਬ੍ਰਿਟਲ ਦਾ ਮੀਨਿੰਗ ਕੀ ਹੁੰਦਾ ਹੈ ਇਹੋ ਜਿਹੀ ਚੀਜ਼ ਜਿਹੜੀ ਕਿ ਟੁੱਟਣ ਯੋਗ ਜੋ ਹੋਵੇ ਬ੍ਰੇਕੇਬਲ ਤੁਸੀਂ ਕਹਿ ਸਕਦੇ ਹੋ ਹਾਂਜੀ ਤਾਂ ਬ੍ਰਿਟਲ ਦਾ ਮੀਨਿੰਗ ਹੈ ਬ੍ਰੇਕੇਬਲ ਟੁੱਟਣ ਯੋਗ ਤਾਂ ਟੁੱਟਣ ਯੋਗ ਹੈ ਟੁੱਟ ਜੂਗੀ ਇਟ ਮੀਨਸ ਕੀ ਹੋ ਜਾਊਗਾ ਤੁਹਾਡੇ ਕੋਲ ਉਹਦਾ ਬਹੁਤ ਜ਼ਿਆਦਾ ਨਰਮ ਹੈ ਸੌਫਟ ਹੈ ਸੋ ਸਿਨੋਨਿਮ ਹੋ ਜਾਏਗਾ ਤੁਹਾਡੇ ਕੋਲ ਫ੍ਰਜਾਈਲ ਦਾ ਮਤਲਬ ਹੁੰਦਾ ਟੁੱਟਣ ਯੋਗ ਹੋਣਾ ਤਾਂ ਇਸ ਤੋਂ ਇਲਾਵਾ ਤੁਸੀਂ ਬ੍ਰੇਕੇਬਲ ਵੀ ਯੂਜ਼ ਕਰ ਸਕਦੇ ਹੋ ਬ੍ਰੇਕੇਬਲ
कोई चीज़ जिहड़ी टुट सकदी है, ब्रेकेबल, वीक भी तुसीं यूज़ कर सकदे हो, वीक वर्ड भी तुहाडा इहदे विच आ जाएगा। ਤਾਂ ਹਾਂਜੀ, ਹੁਣ ਜਿਵੇਂ ਆਪਣੇ अपोजिट वर्ड ਤੁਹਾਨੂੰ ਦਿੱਤੇ ਹੋਏ ਆ स्ट्रांग, वीक ਦਾ ਜਿਵੇਂ ਆਪਾਂ स्ट्रांग करता, resilient हो गया, robust हो गया एंड द लास्ट वर्ड अनब्रेकेबल। सो अपना ब्रिटल, ब्रिटल ਦਾ मीनिंग ਹੁੰਦਾ ਹੈ ਨਰਮ ਹੋਣਾ, ਕੋਈ ਚੀਜ਼ ਟੁੱਟਣਯੋਗ ਹੋਣਾ। ਸੋ fragile, weak, breakable ਤੁਹਾਡੇ synonyms ਨੇ। अपोजिट वर्ड ਦੇਖਿਆ ਜਾਵੇ ਤਾਂ strong, resilient, robust ਔਰ unbreakable ਹੈ ਜਿਹੜੇ ਆਪਣੇ अपोजिट ਦੇ ਵਿੱਚ ਆਪਾਂ ਦੇਖਾਂਗੇ। ਅੱਗੇ ਆਪਣਾ वर्ड ਹੈ ਜੀ candid। ਕੈਂਡਿਡ ਦਾ ਮਤਲਬ ਕੀ ਹੁੰਦਾ ਹੈ? ਸਪਸ਼ਟ ਕਿਸੇ ਚੀਜ਼ ਨੂੰ ਕਲੀਅਰ ਹੋਣਾ, ਸਪਸ਼ਟ ਹੋਣਾ। ਹਾਂਜੀ, ਤਾਂ ਕੈਂਡਿਡ ਦਾ ਹੁਣ ਬੇਸਿਕਲੀ ਦੇਖਿਆ ਜਾਵੇ ਇਹਨੂੰ ਤੋੜ ਕੇ ਪੜੋ। ਕੈਨ ਕੈਨ ਦਾ ਮੀਨਿੰਗ ਕੀ ਹੁੰਦਾ ਹੈ? ਕੈਨ ਦਾ ਮਤਲਬ ਹੁੰਦਾ ਹੈ ਕੋਈ ਚੀਜ਼ ਕਰ ਸਕਣਾ, ਸਕਦਾ। ਜਿਵੇਂ ਆਪਾਂ ਕਹਿੰਦੇ ਹਾਂ ਡਿਡ ਦਾ ਮਤਲਬ ਕੀ ਹੁੰਦਾ ਹੈ? ਕਰਨਾ, ਕਰ ਸਕਦਾ। ਮਤਲਬ ਕੈਂਡਿਡ, ਮੈਂ ਇਹ ਕੰਮ ਕਰ ਸਕਦਾ। ਤਾਂ ਤੁਸੀਂ ਕੀ, ਜੇ ਕੋਈ ਕੰਮ ਹੈ ਜਿਹੜਾ ਤੁਹਾਨੂੰ ਕੋਈ ਦਿੱਤਾ ਗਿਆ, ਤੁਸੀਂ ਉਹਨੂੰ ਕਰ ਸਕਦੇ ਹੋ, ਤਾਂ ਤੁਸੀਂ ਕੀ ਕਹਿ ਦੋਗੇ? ਸਪਸ਼ਟ ਕਹਿ ਦੋਗੇ, ਫਰੈਂਕਲੀ ਕਹਿ ਦੋਗੇ। ਫਰੈਂਕ, ਓਨੈਸਟ, ਬਲੰਟਲੀ ਕਹਿ ਦੋਗੇ, ਡਾਇਰੈਕਟ ਜਾਂ ਫਿਰ ਫੋਰਥਰਾਈਟ ਹੈ ਜਿਹੜਾ ਤੁਹਾਡੇ ਕੋਲ ਸਿਨੋਨਿਮ ਆ ਜਾਏਗਾ। ਮਤਲਬ ਸਪਸ਼ਟ ਤਰੀਕੇ ਨਾਲ ਹੈ ਜਿਹੜਾ ਤੁਸੀਂ ਕਹਿ ਦੋਗੇ ਵੀ ਹਾਂ ਮੈਂ ਇਹ ਕਰ ਲੂੰਗਾ। ਜੇ ਨਹੀਂ ਵੀ ਕਰ ਸਕਦੇ ਫਿਰ ਵੀ ਤੁਸੀਂ ਕਹਿ ਦੋਗੇ ਮੇਰੇ ਤੋਂ ਨਹੀਂ ਹੋਣਾ। ਬਟ ਜੇ ਓਪੋਜ਼ਿਟ ਮੀਨਿੰਗ ਦੇਖਿਆ ਜਾਵੇ ਤਾਂ ਇਹੋ ਜਿਹੀ ਚੀਜ਼ ਜਿਹੜੀ ਕਿ ਤੁਹਾਨੂੰ ਕਲੀਅਰ ਨਹੀਂ ਹੈ ਵੀ ਤੁਸੀਂ ਕਰੋਗੇ ਨਾ ਕਰ ਸਕਦੇ ਹੋ ਹਨਾ, ਉਹੀ ਸੇਮ ਚੀਜ਼ ਡਾਊਟ ਦੇ ਵਿੱਚੋਂ ਤੁਸੀਂ, ਤਾਂ ਐਂਟੀਨਮ ਤੁਹਾਡੇ ਕੋਲ ਆ ਜਾਏਗਾ ਜੀ ਡੈਵੀਅਸ, ਆਰਟਫੁਲ, ਕਨਿੰਗ, ਟੈਕਟਫੁਲ, ਡਿਸੀਟਫੁਲ ਐਂਡ ਦਾ ਲਾਸਟ ਵਰਡ ਇਜ਼ ਵਸਟ। ਤਾਂ ਇਹ ਹੈ ਜੀ ਓਪੋਜ਼ਿਟ ਵਰਡਸ ਕੈਂਡਿਡ ਦੇ। ਹੁਣ ਕੈਂਡਿਡ ਮੋਸਟ ਰਿਪੀਟਡ ਵਰਡ ਹੈ ਜਿਹੜਾ ਤੁਸੀਂ ਲਰਨ ਕਰਨਾ ਹੈ। ਕਾਫੀ ਵਾਰ ਹੈ ਜਿਹੜਾ ਪੇਪਰ ਦੇ ਵਿੱਚ ਇਹ ਪੁੱਛਿਆ ਜਾਂਦਾ ਹੈ। ਸਿਨੋਨਿਮ ਪੁੱਛਿਆ ਜਾ ਸਕਦਾ ਹੈ, ਐਂਟੀਨਮ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਸੋ ਇਹਨੂੰ ਹੈ ਜਿਹੜਾ ਧਿਆਨ ਨਾਲ ਕਰਨਾ ਹੈ। ਕੈਂਡਿਡ ਮੀਨਿੰਗ ਹੁੰਦਾ ਸਪਸ਼ਟ, ਫਰੈਂਕ, ਓਨੈਸਟ, ਬਲੰਟ, ਡਾਇਰੈਕਟ, ਫੋਰਥਰਾਈਟ ਤੁਹਾਡੇ ਸਿਨੋਨਿਮਸ ਆ ਜਾਣਗੇ। ਆਪੋਜ਼ਿਟ ਵਰਡ ਹੈ ਜੀ ਆਪਣੇ ਡੇਵੀਅਸ, ਆਰਟਫੁਲ, ਕਨਿੰਗ, ਟੈਕਟਫੁਲ, ਡਿਸੀਟਫੁਲ ਔਰ ਬਾਇਸਡ। ਨੈਕਸਟ ਆਪਣੇ ਕੋਲ ਵਰਡ ਹੈ ਡਬੀਅਸ। ਹੁਣ ਡਬੀਅਸ ਆਪਾਂ ਪਿੱਛੇ ਉੱਪਰ ਕਰਕੇ ਆਏ ਨਾ, ਡਬੀਅਸ ਵਾਲਾ ਵਰਡ ਜਿਵੇਂ ਹੁਣ ਕੀ ਹੁੰਦਾ ਹੈ? ਇਹਦਾ ਮੀਨਿੰਗ ਹੁੰਦਾ ਹੈ ਜਿਹੜੀ ਚੀਜ਼ ਸਪਸ਼ਟ ਨਹੀਂ ਹੈ, ਡਾਊਟ ਦੇ ਵਿੱਚ ਹੋ ਤੁਸੀਂ, ਕਲੀਅਰ ਨਹੀਂ ਹੈ। ਸੋ ਡਬੀਅਸ, ਡਬੀਅਸ ਮੀਨਿੰਗ ਤੁਹਾਨੂੰ ਪੰਜਾਬੀ ਦਾ ਲਿਖਿਆ ਹੋਇਆ ਅਸਪਸ਼ਟ, ਜਿਹੜੀ ਚੀਜ਼ ਕਲੀਅਰ ਨਹੀਂ ਹੈ, ਕਲੀਅਰ ਤੁਸੀਂ ਅਨਕਲੀਅਰ ਕਹਿ ਸਕਦੇ ਹੋ। ਹਾਂਜੀ, ਤਾਂ ਅੱਗੇ ਸਿਨੋਨਿਮ ਦੇਖਿਆ ਜਾਵੇ ਤਾਂ ਡਾਊਟ, ਡਾਊਟ ਦੇ ਵਿੱਚੋਂ ਕਲੀਅਰ ਨਹੀਂ ਹੈ, ਫੇਰ ਹੀ ਡਾਊਟ ਹੋਏਗਾ। ਫਿਸ਼ੀ, ਅਨਸਰਟੇਨ ਔਰ ਅਨਕਲੀਅਰ ਤੁਹਾਡੇ ਸਿਨੋਨਿਮ ਆ ਜਾਣਗੇ। ਆਪੋਜ਼ਿਟ ਵਰਡ ਦੇਖਿਆ ਜਾਵੇ ਤਾਂ ਆਪਣੇ ਕੋਲ ਕੀ ਆ ਜਾਏਗਾ? ਜਿਹੜੀ ਚੀਜ਼ ਆਪਾਂ ਨੂੰ ਕਲੀਅਰ ਹੁੰਦੀ ਹੈ। ਸੋ ਲਾਈਕਲੀ, ਸਰਟੇਨ ਔਰ ਇਨਕੰਟੈਸਟੇਬਲ ਹੈ ਜਿਹੜਾ ਸਿਨੋਨਿਮ, ਸੌਰੀ ਆਪੋਜ਼ਿਟ ਵਰਡਸ ਆ ਜਿਹੜੇ ਆ ਜਾਣਗੇ ਡਬੀਅਸ ਦੇ। ਤਾਂ ਇਹ ਸੀ ਜੀ ਆਪਣਾ ਡਬੀਅਸ ਵਰਡ। ਨੈਕਸਟ ਆਪਾਂ ਦੇਖੀਏ ਤਾਂ ਆਪਣੇ ਕੋਲ ਵਰਡ ਆ ਜਾਂਦਾ ਡਾਈਵਰਸ। ਹੁਣ ਆਪਾਂ ਡਾਈਵਰਸਿਟੀ ਵਰਡ ਆਪਾਂ ਤੁਸੀਂ ਸੁਣਿਆ ਹੋਣਾ ਡਾਈਵਰਸਿਟੀ। ਡਾਈਵਰਸਿਟੀ ਦਾ ਮਤਲਬ ਕੀ ਹੁੰਦਾ ਹੈ? ਭਿੰਨਤਾ, ਕਿਸੇ ਚੀਜ਼ ਦੇ ਵਿੱਚ ਭਿੰਨਤਾਵਾਂ ਪਾਈਆਂ ਜਾਂਦੀਆਂ। ਸੋ ਡਾਈਵਰਸ ਦਾ ਅਗੇਨ ਮੀਨਿੰਗ ਕੀ ਹੁੰਦਾ ਹੈ? ਤੁਹਾਡੇ ਕੋਲੇ ਭਿੰਨ ਭਿੰਨ ਹੋਣਾ, ਅਲੱਗ ਅਲੱਗ ਹੋਣਾ। ਸੋ ਡਿਸਟਿੰਕਟਿਵ ਔਰ ਵੈਰੀਡ ਜਿਹੜਾ ਹੈ ਤੁਹਾਡਾ ਸਿਨੋਨਿਮ ਹੈ। ਅੱਗੇ ਤੁਹਾਡੇ ਕੋਲ ਆਪੋਜ਼ਿਟ ਵਰਡ ਦੇਖਿਆ ਜਾਵੇ ਤਾਂ ਸਿਮਿਲਰ, ਆਇਡੈਂਟੀਕਲ ਹੈ ਜਿਹੜੇ ਤੁਹਾਡੇ ਆਪੋਜ਼ਿਟ ਆ ਜਾਣਗੇ, ਮਤਲਬ ਸੇਮ ਸੇਮ। ਭਿੰਨ ਭਿੰਨ ਦਾ ਆਪੋਜ਼ਿਟ ਹੋ ਜਾਊਗਾ ਸੇਮ ਸੇਮ। ਸੋ ਡਾਈਵਰਸ ਭਿੰਨ ਭਿੰਨ ਹੁੰਦਾ ਹੈ, ਐਂਡ ਸਿਨੋਨਿਮ ਹੈ ਤੁਹਾਡੇ ਕੋਲ ਡਿਸਟਿੰਕਟਿਵ, ਵੈਰਿਡ ਐਂਡ ਆਪੋਜ਼ਿਟ ਵਰਡਸ ਆਰ ਆਇਡੈਂਟੀਕਲ ਔਰ ਸਿਮਿਲਰ। ਆਈ ਹੋਪ ਕਲੀਅਰ ਹੈ। ਹਾਂਜੀ, 5 ਨੰਬਰ ਵਰਡ ਜਿਹੜਾ ਆਪਾਂ ਦੇਖਾਂਗੇ ਦੈਟ ਇਜ਼ ਡੈਕਸਟੈਰਿਟੀ। ਡੈਕਸਟੈਰਿਟੀ ਬੇਸਿਕਲੀ ਯੂਜ਼ ਕੀਤਾ ਜਾਂਦਾ ਹੈ। ਡੈਕਸਟੈਰਿਟੀ ਦਾ ਯੂਜ਼ ਹੁੰਦਾ ਹੈ ਜਦੋਂ ਤੁਹਾਨੂੰ ਮੈਂ ਵਨ ਵਰਡ ਕਰਵਾਇਆ ਸੀ ਉੱਥੇ ਤੁਹਾਨੂੰ ਡੈਕਸਟੈਰਿਟੀ ਵਰਡ ਕਰਵਾਇਆ ਹੋਇਆ ਹੈ। ਆਪਾਂ ਕੀ ਕਹਿੰਦੇ ਨੇ ਜਦੋਂ ਇਹੋ ਜਿਹਾ ਪਰਸਨ ਜਿਹੜਾ ਕਿ ਕੰਮ ਹੈ ਜਿਹੜਾ ਹੱਥਾਂ ਨਾਲ ਕੰਮ ਕਰਦਾ ਹੋਵੇ ਤਾਂ ਉਹਨੂੰ ਆਪਾਂ ਡੈਕਸਟੈਰਿਟੀ ਹੈ ਜਿਹੜਾ ਵਰਡ ਉੱਥੇ ਯੂਜ਼ ਕਰ ਲੈਂਦੇ ਹਾਂ। ਸੋ ਕੁਸ਼ਲਤਾ ਤੁਸੀਂ ਕਹਿ ਸਕਦੇ ਹੋ, ਕਿਸੇ ਕੰਮ ਨੂੰ ਕਰਨ ਦੀ ਯੋਗਤਾ ਤੁਸੀਂ ਕਹਿ ਸਕਦੇ ਹੋ ਡੈਕਸਟੈਰਿਟੀ। ਤਾਂ ਇਹ ਤੁਹਾਨੂੰ ਮੈਂ ਕਰਵਾਇਆ ਸੀ ਕਿ ਤੁਸੀਂ ਟੈਕਸਟ ਨੂੰ ਕੀ ਪੜ੍ਹਨਾ ਹੈ? ਟੈਕਸਟ ਪੜ੍ਹਨਾ। ਮਤਲਬ ਟੈਕਸਟ ਲਿਖਣ ਦੇ ਯੋਗ ਹੋ ਤੁਸੀਂ, ਕੁਸ਼ਲ ਹੋ। ਸੋ ਕੁਸ਼ਲਤਾ ਆਪਣਾ ਜਿਹੜਾ ਹੈਗਾ ਮੀਨਿੰਗ ਆ ਜਾਏਗਾ। ਪੰਜਾਬੀ ਮੀਨਿੰਗ ਸਿਨੋਨਿਮ ਦੇਖਿਆ ਜਾਵੇ ਤਾਂ ਅਡਰੋਇਟਨੈਸ ਐਂਡ ਫਾਈਨੈਸ ਹੈ ਜਿਹੜਾ ਤੁਹਾਡੇ ਕੋਲੇ ਆਪਣੇ ਸਿਨੋਨਿਮ ਹੋ ਜਾਣਗੇ। ਆਪੋਜ਼ਿਟ ਵਰਡ ਆ ਜਾਏਗਾ ਜੀ ਕੋਈ ਇਹੋ ਜਿਹੀ ਚੀਜ਼ ਜਿਹੜੀ ਨੂੰ ਇਗਨੋਰ ਕੀਤਾ ਜਾ ਸਕਦਾ। ਸੋ ਇਸ ਇਗਨੋਰੈਂਸ ਹੈ ਜਿਹੜਾ ਤੁਹਾਡਾ ਆਪੋਜ਼ਿਟ ਵਰਡ ਹੈ ਡੈਕਸਟੈਰਿਟੀ। ਅੱਗੇ ਜੀ ਆਪਣੇ ਕੋਲੇ ਵਰਡ ਦੈਟ ਇਜ਼ ਡਿਸੈਮੀਨੇਟ। ਡਿਸੈਮੀਨੇਟ ਦਾ ਮੀਨਿੰਗ ਹੁੰਦਾ ਹੈ ਕਿਸੇ ਚੀਜ਼ ਨੂੰ ਫੈਲਾਉਣਾ, ਡਿਸਪੋਜ਼ ਕਰਨਾ, ਸਪਰੈਡ ਕਰਨਾ। ਸੋ ਆਪਣੇ ਸਿਨੋਨਿਮ ਦੇਖਿਆ ਜਾਵੇ ਤਾਂ ਡਿਸਪੋਜ਼ ਆਪਾਂ ਨੂੰ ਦੇਖੋ ਲਿਖਣ ਨੂੰ ਮਿਲਿਆ ਹੋਇਆ, ਸਪਰੈਡ ਹੈ, ਅੱਗੇ ਸਰਕੂਲੇਟ ਆ ਗਿਆ। ਸੋ ਕਿਸੇ ਚੀਜ਼ ਨੂੰ ਫੈਲਾਉਣਾ, ਵੰਡਣਾ, ਇਹ ਜਿਹੜਾ ਤੁਹਾਡਾ ਸਿਨੋਨਿਮ ਹੋ ਜਾਏਗਾ। ਆਪੋਜ਼ਿਟ ਵਰਡ ਦੇਖਿਆ ਜਾਵੇ ਤਾਂ ਲੁਕੋ ਲੈਣਾ ਹਨਾ, ਛੁਪਾ ਲੈਣਾ। ਸੋ ਕੰਸੀਲ ਹੈ ਜਿਹੜਾ ਤੁਹਾਡੇ ਕੋਲੇ, ਹਾਈਡ ਤੁਸੀਂ ਕਹਿ ਸਕਦੇ ਹੋ। ਆਪੋਜ਼ਿਟ ਵਰਡ ਆ ਜਾਣਗੇ ਡਿਸੈਮੀਨੇਟ ਦੇ। ਹਾਂਜੀ, ਤਾਂ ਵਨ ਵਰਡ ਆਪਾਂ ਸੌਰੀ ਆਪਣੇ ਸਿਨੋਨਿਮ ਐਂਟੋਨਿਮਸ ਜਿੰਨੇ ਵੀ ਆਪਾਂ ਡਿਸਕਸ ਕੀਤੇ 6 ਵਰਡਸ ਆਪਣੇ ਹੋਏ ਇਹਨਾਂ ਦੀ ਲੈਣੇ ਇੱਕ ਵਾਰ ਕੋਈ ਰਿਵੀਜ਼ਨ ਰਹਿਣਾ। ਆਪਾਂ ਜਿਹੜਾ ਟੌਪਿਕ ਕਰਾਂਗੇ ਜੀ ਆਪਣਾ ਸਪੈਲਿੰਗ ਐਰਰ ਔਰ ਮਿਸਸਪੈਲਡ ਦਾ। ਦੇਖੋ ਸਭ ਤੋਂ ਪਹਿਲਾਂ ਆਪਣੇ ਕੋਲੇ ਸਿਨੋਨਿਮ ਐਂਟੋਨਿਮ ਦੇ ਵਿੱਚ ਆਪਾਂ ਡਿਸਕਸ ਕੀਤਾ ਫਰਸਟ ਵਰਡ ਸੀ ਆਪਣਾ ਬ੍ਰਿਟਲ। ਬ੍ਰਿਟਲ ਦਾ ਮਤਲਬ ਹੁੰਦਾ ਕੋਈ ਚੀਜ਼ ਜਿਹੜੀ ਕਿ ਟੁੱਟਣਯੋਗ ਹੁੰਦੀ ਹੈ। ਨਰਮ ਤੁਸੀਂ ਕਹਿ ਸਕਦੇ ਹੋ। ਫ੍ਰਜਾਈਲ, ਬ੍ਰੇਕੇਬਲ ਤੁਹਾਡੇ ਸਿਨੋਨਿਮਸ ਹੋ ਜਾਣਗੇ। ਆਪੋਜ਼ਿਟ ਵਰਡ ਆ ਜੀ ਸਟਰੋਂਗ, ਰਿਜ਼ਾਈਲੈਂਟ ਔਰ ਆਪਣੇ ਕੋਲੇ ਰੋਬਸਟ ਔਰ ਅਨਬ੍ਰੇਕੇਬਲ ਵਰਡ ਹੈ। ਅੱਗੇ ਆਪਾਂ ਦੇਖਿਆ ਜਾਵੇ ਤਾਂ ਵਰਡ ਹੈ ਕੈਂਡਿਡ। ਕੈਂਡਿਡ ਦਾ ਮੀਨਿੰਗ ਹੁੰਦਾ ਸਪਸ਼ਟ, ਕਲੀਅਰ, ਫਰੈਂਕ, ਓਨੈਸਟ, ਬਲੰਟ, ਡਾਇਰੈਕਟ, ਫੋਰਥਰਾਈਟ ਤੁਹਾਡੇ ਸਿਨੋਨਿਮਸ ਨੇ। ਆਪੋਨੈਂਟ ਵਰਡ ਦੇਖਿਆ ਜਾਵੇ ਤਾਂ ਉਹ ਹੈ ਜੀ ਤੁਹਾਡਾ
डेवियस, आर्टफुल, कनिंग, टैक्टफुल, डिसीटफुल एंड वाइज। ਅੱਗੇ ਅਸੀਂ ਆਪਣੇ ਕੋਲੇ ਵਰਡ ਡਬੀਅਸ ਡਬੀਅਸ ਦਾ ਮੀਨਿੰਗ ਹੁੰਦਾ ਹੈ ਅਸਪਸ਼ਟ ਅਨਕਲੀਅਰ ਤੁਸੀਂ ਕਹਿ ਸਕਦੇ ਹੋ। ਸੋ ਅੱਗੇ ਜਿਵੇਂ ਆਪਣੇ ਕੋਲੇ ਮੀਨਿੰਗ ਲਿਖੇ ਹੋਏ ਸਿਨੋਨਿਮਸ ਨੇ ਡਾਊਟਫੁਲ, ਫਿਸ਼ੀ, ਅਨਸਰਟੇਨ, ਅਨਕਲੀਅਰ। ਆਪੋਜ਼ਿਟ ਵਰਡਸ ਆਰ ਲਾਈਕਲੀ, ਸਰਟੇਨ ਐਂਡ ਇਨਕਨਸਿਸਟੇਬਲ। ਨੈਕਸਟ ਵਰਡ ਹੈ ਜੀ ਆਪਣਾ ਡਾਈਵਰਸ, ਮੀਨਿੰਗ ਹੁੰਦਾ ਹੈ ਵੱਖ-ਵੱਖ ਹੋਣਾ, ਭਿੰਨ-ਭਿੰਨ ਹੋਣਾ, ਅਲੱਗ-ਅਲੱਗ ਦਾ ਹੋਣਾ। ਸੋ ਡਿਸਟਿੰਕਟਿਵ ਐਂਡ ਵੈਰਿਡ ਤੁਹਾਡੇ ਸਿਨੋਨਿਮਸ ਨੇ, ਆਪੋਜ਼ਿਟ ਵਰਡ ਨੇ ਜੀ ਆਈਡੈਂਟੀਕਲ ਔਰ ਸਿਮਿਲਰ। Next word is dexterity and the synonym of this word is adroitness or finesse and the opposite word is ignorance. Next and the last word of for today's synonym antonym topic is disseminate, the meaning की होता है फैलाना, किसी चीज को spread करना। So disperse, spread and circulate ਤੁਹਾਡੇ synonyms में opposite word देखा जाएगा तो conceal आ जाएगा, लुकोया। हाँ जी, ਤਾਂ ਇਹ ਸੀ ਆਪਣਾ ਸਿਨੋਨਿਮ ਐਂਟੋਨਿਮ ਦਾ ਕੁਐਸਚਨ। ਨੈਕਸਟ ਕੁਐਸਚਨ ਜੋ ਆਪਾਂ ਡਿਸਕਸ ਕਰਾਂਗੇ ਉਹ ਹੈ ਸਪੈਲਿੰਗ ਐਰਰਸ। ਤੁਹਾਨੂੰ ਕੁਐਸਚਨ ਦਿੱਤੇ ਜਾਣਗੇ, ਚਾਰ ਆਪਸ਼ਨਸ ਹੋਣਗੀਆਂ। ਕੁਐਸਚਨ ਪੜੋਗੇ ਧਿਆਨ ਨਾਲ ਤੇ ਦੇਨ ਜਿਹੜਾ ਆਨਸਰ ਮਾਰਕ ਕਰੋਗੇ ਕਿ ਕੀ ਆਨਸਰ ਹੈ ਜਿਹੜਾ ਤੁਹਾਡਾ ਹੋਏਗਾ। ਦੈਨ ਤੁਹਾਨੂੰ ਆਨਸਰ ਹੈ ਜਿਹੜਾ ਉਹਦਾ ਦੱਸਿਆ ਜਾਏ। ਸਭ ਤੋਂ ਪਹਿਲਾ ਜਿਹੜਾ ਕੁਐਸਚਨ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਗਿਆ, ਕੁਐਸਚਨ ਕੀ ਹੈ? Select the sentence with no spelling error। तो चार ऑप्शंस ने, टेक इट अप एंड राइट योर ओन स्टोरी। हर एक सेंटेंस है ਜਿਹੜਾ ਤੁਹਾਡੇ ਕੋਲੇ ਸੇਮ ਹੀ ਸੈਂਟੈਂਸ ਹੈ ਜਿਹੜਾ ਚਾਰ ਆਪਸ਼ਨ ਦੇ ਵਿੱਚ ਦਿੱਤਾ ਹੋਇਆ, ਤੁਸੀਂ ਚੈੱਕ ਕਰਨਾ ਹੈ ਨੋ ਸਪੈਲਿੰਗ ਐਰਰ ਵਾਲਾ ਸੈਂਟੈਂਸ ਕਿਹੜਾ ਹੈ, ਫਾਈਂਡ ਆਊਟ ਕਰੋ। ਹਾਂਜੀ, ਤਾਂ ਦੈਨ ਆਪਾਂ ਜਿਹੜਾ ਆਨਸਰ ਦੇਖਾਂਗੇ, ਦੇਖੋ टेक इट अप एंड राइट योर ओन स्टोरी, नो स्पेलिंग एरर वाला सेंटेंस ਤੁਸੀਂ ਫਾਈਂਡ ਆਊਟ ਕਰ। ਹੁਣ ਇਸ ਨਾਲ ਰਿਲੇਟਡ ਇਸ ਟਾਈਪ ਦੇ ਕੁਐਸਚਨ ਜਿਹੜੇ ਆਪਾਂ ਕਾਫੀ ਡਿਸਕਸ ਕਰ ਚੁੱਕੇ ਹਾਂ, ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਕਿ ਕਿਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਅਟੈਂਪਟ ਕਰਨਾ ਹੁੰਦਾ ਹੈ। ਹਾਂਜੀ ਦਾ ਆਂਸਰ ਆ ਗਿਆ ਹੋਏਗਾ। ਕੀ ਆਂਸਰ ਆਏਗਾ ਇਹਦਾ? ਤਾਂ ਆਪਣਾ ਆਂਸਰ ਦੇਖਦੇ ਹਾਂ, ਆਪਾਂ ਚੈੱਕ ਕਰਦੇ ਹਾਂ ਕਿਹੜਾ ਹੋਏਗਾ। ਸੋ ਟੇਕ ਦੇਖੋ, ਟੇਕ ਸਾਰਿਆਂ ਦੇ ਵਿੱਚ ਦਿੱਤਾ ਹੋਇਆ ਹੈ, ਇਹ ਤਾਂ ਆਪਣੇ ਕੋਲੇ ਹਰ ਇੱਕ ਸੈਂਟੈਂਸ ਦੇ ਵਿੱਚ ਹੈ। ਆਪ ਅਗੇਨ ਹਰ ਆਪਸ਼ਨ ਦੇ ਵਿੱਚ ਆ ਜਾਂਦਾ ਹੈ, ਐਡ ਵੀ ਸਾਰਿਆਂ 'ਚ ਲਿਖਿਆ ਹੋਇਆ ਹੈ। ਰਾਈਟ ਦੇਖੋ, ਰਾਈਟ ਦੀ ਸਪੈਲਿੰਗ ਕਿਸੇ 'ਚ ਪੁੱਛਿਆ, ਕਿਸੇ 'ਚ ਪੁੱਛਿਆ, ਤੇ ਮੈਨੂੰ ਰਾਈਟ ਦੀ ਸਪੈਲਿੰਗ ਆਪਾਂ ਚੈੱਕ ਕਰਨੀ ਪੈਣਗੇ। ਰਾਈਟ ਸੈਕਿੰਡ ਰਾਈਟ, ਇਹ ਦੇਖੋ ਇਹ ਰੋਂਗ ਹੁੰਦਾ ਹੈ। WR ITE ਰਾਈਟ ਦੇ ਸਪੈਲਿੰਗ ਇਹ ਹੁੰਦੇ ਆ। ਸੋ ਅੱਗੇ ਦੇਖੋ ਇਹਦੇ 'ਚ ਸਹੀ ਲਿਖਿਆ ਹੋਇਆ ਹੈ। ਅਗੇਨ ਦ ਫੋਰਥ ਆਪਸ਼ਨ ਦੇ ਵਿੱਚ ਵੀ ਤੁਹਾਡਾ ਸਹੀ ਹੈ। ਸੈਕਿੰਡ ਆਪਸ਼ਨ ਤੁਹਾਡੀ ਕੀ ਹੋ ਗਈ, ਤੋਂ ਵੀ ਨਹੀਂ ਹੋਗੀ। ਨੈਕਸਟ ਜੋਰ ਦੇ ਸਪੈਲਿੰਗ ਸਾਰਿਆਂ 'ਚ ਸਹੀ ਹੈ, ਓਨ ਦੀ ਸਪੈਲਿੰਗ ਸਾਰਿਆਂ ਦੇ ਵਿੱਚ ਸੇਮ ਹੀ ਹੈ। ਸਟੋਰੀ ਦੇ ਸਪੈਲਿੰਗ ਦੇਖੋ, ਸਟੋਰੀ ਦੇ ਸਪੈਲਿੰਗ ਵੀ ਅਲੱਗ ਅਲੱਗ। ਸਟੋਰੀ ਦੇ ਸਪੈਲਿੰਗ ਕੀ ਹੁੰਦੇ ਆ? ਡਬਲ ਆਰ ਤਾਂ ਨਹੀਂ ਹੁੰਦੀ, ਇਟ ਮੀਨਸ ਇਹ ਵੀ ਰੋਂਗ ਹੈ। ਸਟੋਰੀ ਦੇ ਸਪੈਲਿੰਗ ਕੀ ਹੁੰਦੇ ਆ? STOR ਬਾਈ। ਤਾਂ ਹੁਣ ਚੈੱਕ ਕਰੋ ਕਿਹੜੇ ਵਾਲੇ ਸਟੋਰੀ ਦੀ ਸਪੈਲਿੰਗ ਸਹੀ ਹੈ। ਇੱਥੇ ਸਟੋਰੀ ਦੀ ਸਪੈਲਿੰਗ ਸਹੀ ਹੈ, ਬਟ ਇੱਥੇ ਰਾਈਟ ਗਲਤ ਸੀ, ਜਿਵੇਂ ਸੈਕੰਡ ਆਪਸ਼ਨ ਤਾਂ ਆਪਣੀ ਰਿਮੂਵ ਹੀ ਹੋ ਗਈ। ਫਰਸਟ ਵੀ ਆਪਾਂ ਕਰ ਲਈ ਬਿਕਾਜ਼ ਸਟੋਰੀ ਦੀ ਸਪੈਲਿੰਗ ਰੋਂਗ ਹੈ। ਅੱਗੇ ਅਗੇਨ ਤੁਹਾਡੇ ਕੋਲ ਸਟੋਰੀ ਦੀ ਸਪੈਲਿੰਗ ਸਹੀ ਨਹੀਂ ਹੈਗੇ, ਥਰਡ ਆਪਸ਼ਨ ਵੀ ਤੁਹਾਡੀ ਰਿਮੂਵ ਹੋ ਗਈ। ਆਂਸਰ ਆ ਗਿਆ ਤੁਹਾਡਾ ਫੋਰਥ ਆਪਸ਼ਨ। ਸੋ 4 ਹੈ ਜਿਹੜਾ ਤੁਹਾਡਾ ਆਂਸਰ ਹੋਏਗਾ। ਇੱਥੇ ਸਟੋਰੀ ਦੀ ਸਪੈਲਿੰਗ ਵੀ ਬਿਲਕੁਲ ਸਹੀ ਹੈ ਤੇ ਰਾਈਟ ਦੀ ਸਪੈਲਿੰਗ ਵੀ ਸਹੀ ਲਿਖੀ ਹੋਈ ਹੈ। ਸੋ ਨੋ ਸਪੈਲਿੰਗ ਐਰਰ ਵਾਲਾ ਸੈਂਟੈਂਸ ਤੁਸੀਂ ਫਾਈਂਡ ਆਊਟ ਕਰਨਾ ਸੀ, ਤਾਂ ਫੋਰਥ ਆਪਸ਼ਨ ਹੈ ਜਿਹੜੀ ਤੁਹਾਡਾ ਆਂਸਰ ਹੈ। ਆਈ ਹੋਪ ਤੁਹਾਡਾ ਆਂਸਰ ਹੋ ਗਿਆ ਹੋਏਗਾ। ਬਾਕੀ ਜਿਸ ਵੀ ਸਟੂਡੈਂਟ ਨੂੰ ਇਹਨਾਂ ਨੂੰ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ, ਕੋਈ ਡਾਊਟ ਹੁੰਦਾ ਹੈ, ਤਾਂ ਆਪਣਾ ਜਿਹੜਾ ਹੈਗਾ ਤੁਸੀਂ ਇਹਨਾਂ ਦੀ ਵੱਧ ਤੋਂ ਵੱਧ ਪ੍ਰੈਕਟਿਸ ਕਰੋ, ਸੋ ਦੈਟ ਤੁਹਾਡੇ ਜਿਹੜੇ ਡਾਊਟ ਕਲੀਅਰ ਹੋਣ ਤੇ ਤੁਹਾਨੂੰ ਜਿਹੜੀ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਤੁਸੀਂ ਇਹ ਸੁਣਿਆ ਹੀ ਹੋਣਾ। ਸੋ ਇਹ ਜਿਹੜਾ ਤੁਹਾਡੇ ਕੋਲ ਕਾਫੀ ਹੱਦ ਤੱਕ ਹੀ 100% श्योर है कि ਤੁਸੀਂ ਜੇ ਪ੍ਰੈਕਟਿਸ ਕਰੋਗੇ ਤਾਂ ਤੁਹਾਡਾ ਟੌਪਿਕ ਕਲੀਅਰ ਹੋ ਹੀ ਜਾਏਗਾ। ਸੋ ਟਰਾਈ ਕਰਿਆ ਕਰੋ, ਪ੍ਰੈਕਟਿਸ ਹੈ ਜਿਹੜੀ ਜ਼ਰੂਰ ਕਰਨੀ ਹੈ। ਅੱਗੇ ਆ ਗਿਆ ਜੀ ਆਪਣੇ ਕੋਲ ਸੈਕੰਡ ਕੁਐਸਚਨ। ਅਗੇਨ ਕੁਐਸਚਨ ਪੜੋ ਤੇ ਆਂਸਰ ਦੇਖੋ ਕੀ ਆਏਗਾ। ਕੁਐਸਚਨ ਆਪਣੇ ਕੋਲੇ ਸਿਲੈਕਟ ਦਾ ਇਨਕਰੈਕਟਲੀ ਸਪੈਲਡ ਵਰਡ। ਚਾਰ ਆਪਸ਼ਨਸ ਨੇ, ਤੁਸੀਂ ਇਨਕਰੈਕਟਲੀ ਸਪੈਲਡ ਵਰਡ ਫਾਈਂਡ ਆਊਟ ਕਰਨਾ ਹੈ। ਕਿਹੜਾ ਵਰਡ ਹੈ ਜਿਹੜਾ ਤੁਹਾਡੇ ਕੋਲੇ ਇਨਕਰੈਕਟਲੀ ਸਪੈਲ ਕੀਤਾ ਹੋਇਆ ਹੈ। ਤਿੰਨ ਆਪਸ਼ਨ ਤੁਹਾਡੀਆਂ ਕਰੈਕਟ ਸਪੈਲਿੰਗ ਦੀਆਂ ਹੋਣਗੀਆਂ, ਵਨ ਆਪਸ਼ਨ ਹੈ ਜਿਹੜੀ ਇਨਕਰੈਕਟ ਸਪੈਲਿੰਗ ਵਾਲੀ ਹੋਏਗੀ, ਜਿਹੜੀ ਤੁਸੀਂ ਫਾਈਂਡ ਆਊਟ ਕਰਨੀ ਹੈ। ਦੇਖੋ ਜੀ, ਹਾਂਜੀ ਤਾਂ ਆਂਸਰ ਹੋ ਗਿਆ ਹੋਏਗਾ ਤੁਹਾਡਾ। ਦੇਖੋ ਕਿਹੜਾ ਵਾਲਾ ਆਂਸਰ ਹੈ ਜਿਹੜਾ ਤੁਹਾਡਾ ਇੱਥੇ ਹੋਏਗਾ, ਕਿਹੜੇ ਵਾਲੇ ਵਰਡ ਦੀ ਸਪੈਲਿੰਗ ਹੈ ਜਿਹੜੇ ਤੁਹਾਡੇ ਕੋਲੇ ਇਨਕਰੈਕਟ ਨੇ, ਜੋ ਤੁਹਾਡਾ ਆਂਸਰ ਹੈ। ਸਭ ਤੋਂ ਪਹਿਲਾਂ ਆਪਾਂ ਇਹਨਾਂ ਦੇ ਮੀਨਿੰਗ ਦੇਖ ਲੈਣੇ। ਸੋ ਮਾਸਟਰੀਅਸ, ਮਾਸਟਰੀਅਸ ਦਾ ਮਿਸਟਰੀ ਤੁਹਾਨੂੰ ਕਰਵਾਇਆ ਹੋਇਆ, ਮਿਸਟਰੀ ਮੈਂ ਵਰਡ ਤੁਹਾਨੂੰ ਕਰਵਾਇਆ ਸੀ, ਮਿਸਟਰੀ ਦਾ ਮਿਸਟਰੀਅਸ ਬਣਿਆ ਹੋਇਆ ਹੈ। ਸੋ ਮਿਸਟਰੀਅਸ ਦਾ ਮੀਨਿੰਗ ਵੀ ਕੀ ਹੁੰਦਾ ਹੈ? ਜਿਹੜੀ ਚੀਜ਼ ਰਹੱਸਮਈ ਹੈ, ਰਹੱਸਮਈ ਹੈ, ਗੁਪਤ ਹੈ, ਤੁਹਾਨੂੰ ਨਹੀਂ ਪਤਾ ਉਹਦੇ ਬਾਰੇ, ਕਿਸੇ ਚੀਜ਼ ਬਾਰੇ ਗੁਪਤ ਕਿਸੇ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਗੁਪਤ ਰੱਖੀ ਹੋਈ ਹੈ, ਤੁਹਾਨੂੰ ਨਹੀਂ ਪਤਾ। ਸੋ ਮਿਸਟਰੀ ਦਾ ਮਿਸਟਰੀਅਸ ਵਰਡ ਹੁੰਦਾ ਹੈ ਦਾ ਮੀਨਿੰਗ। ਅੱਗੇ ਜੀ ਆਪਣੇ ਕੋਲੇ ਡੁਅਲ, ਡੁਅਲ ਦਾ ਮਤਲਬ ਹੁੰਦਾ ਹੈ ਦੋਹਰੀ, ਦੋਹਰਾ, ਦੋਹਰੀ ਜਿਹੜਾ ਤੁਸੀਂ ਵਰਡ ਯੂਜ਼ ਕਰ ਰਹੇ ਹੋ, ਮਤਲਬ ਦੋ ਨਾ, ਡੁਅਲ ਸਿਮ, ਜਿਵੇਂ ਆਪਣੇ ਕੋਲ ਫੋਨ ਦੇ ਵਿੱਚ ਆਪਸ਼ਨ ਹੁੰਦੇ ਡੁਅਲ ਸਿਮ, ਸੋ ਦੋ ਸਿਮ ਪੈ ਸਕਦੇ ਹੋ, ਉਵੇਂ ਦੋ। ਅੱਗੇ ਜੀ ਆਪਣੇ ਕੋਲੇ ਵਰਡ ਐਲਮਨੀ। ਹੁਣ ਐਲਮਨੀ ਤੁਹਾਨੂੰ ਵਨ ਵਰਡ ਸਬਸਟੀਟਿਊਸ਼ਨ ਦੇ ਵਿੱਚ ਮੈਂ ਕਰਵਾਇਆ ਹੋਇਆ। ਐਲਮਨੀ ਦਾ ਮਤਲਬ ਕੀ ਹੁੰਦਾ ਹੈ? ਗੁਜ਼ਾਰਾ ਭੱਤਾ, ਜੋ ਕਿ ਡਿਵੋਰਸ ਤੋਂ ਬਾਅਦ ਹਸਬੈਂਡ ਦੁਆਰਾ ਵਾਈਫ ਨੂੰ ਦਿੱਤਾ ਜਾਂਦਾ ਹੈ। ਸੋ ਐਲਮਨੀ ਹੈ ਜਿਹੜਾ ਉਹਨੂੰ ਕਿਹਾ ਜਾਂਦਾ। ਤੁਸੀਂ ਭੱਤਾ ਲਿਖ ਸਕਦੇ ਹੋ, ਗੁਜ਼ਾਰਾ ਭੱਤਾ ਲਿਖ ਲਓ, ਚਾਹੇ ਭੱਤਾ ਲਿਖ ਲਓ। ਹਾਂਜੀ, ਅੱਗੇ ਆ ਗਿਆ ਆਪਣੇ ਕੋਲੇ ਡੀ ਆਪਸ਼ਨ, ਦੈਟ ਇਜ਼ ਕੁਆਟਰ ਮਾਈਨਸ। ਤਾਂ ਇਹਦਾ ਮੀਨਿੰਗ ਕੀ ਹੁੰਦਾ ਤੁਹਾਡੇ ਕੋਲੇ? ਬੇਸਿਕਲੀ ਕੁਆਟਰ ਮਾਈਨਸ ਹੈ ਜਿਹੜਾ ਤੁਹਾਡੇ ਕੋਲੇ, ਇਹੀ ਜਿਹੜਾ ਤੁਹਾਡਾ ਆਂਸਰ ਹੋਏਗਾ। ਰੋਂਗ ਸਪੈਲਿੰਗ ਨੇ ਇੱਥੇ। ਮੀਨਿੰਗ ਕੀ ਹੁੰਦਾ ਤੁਹਾਡੇ ਕੋਲੇ? ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਦੀਆਂ ਸੇਮ ਬਾਉਂਡਰੀਜ਼ ਹੋਣ, ਸੇਮ ਤੁਹਾਡੇ ਕੋਲੇ ਬਾਉਂਡਰੀ ਹੋਵੇ।
ਕੋਈ ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਦੀ ਬਾਉਂਡਰੀ ਹੈ ਜਿਹੜੀ ਸੇਮ ਹੈ ਤਾਂ ਉਹਦੇ ਵਾਸਤੇ ਤੁਸੀਂ ਯੂਜ਼ ਕਰ ਲੈਣੇ ਕੁਆਟਰ ਮਾਈਨਸ ਵੋਟ। ਤਾਂ ਇਹ ਤੁਹਾਡੇ ਤਿੰਨੋਂ ਆਪਸ਼ਨਸ ਸਹੀ ਨੇ। ਮੈਸਟਰੀਅਸ ਦੇ ਸਪੈਲਿੰਗ ਬਿਲਕੁਲ ਸਹੀ ਹੈ, ਡੂਅਲ ਦਾ ਸਪੈਲਿੰਗ ਸਹੀ ਹੈ, ਐਲੀਮੈਂਟ ਸਪੈਲਿੰਗ ਸਹੀ ਹੈ। ਆਨਸਰ ਤੁਹਾਡਾ ਇਨਕਰੈਕਟਲੀ ਸਪੈਲ ਵਰਡ ਤੁਸੀਂ ਫਾਈਂਡ ਆਊਟ ਕਰਨਾ ਸੀ ਉਹ ਕੁਆਟਰ ਮਾਈਨਸ। ਤਾਂ ਹੁਣ ਇਹਦੇ ਸਪੈਲਿੰਗ ਕੀ ਹੁੰਦੇ ਆ? ਡੀ ਆਪਸ਼ਨ ਤੁਹਾਡਾ ਆਨਸਰ ਹੈ COTERMIN OUS। ਤਾਂ ਇਹ ਹੁੰਦਾ ਜੀ ਸਪੈਲਿੰਗ MINUS ਨਹੀਂ ਦਾ MINOUS ਹੁੰਦਾ ਤੇ ਉਹ ਹੈ ਜਿਹੜੀ ਮਿਸਟੇਕ ਸੀ ਉਹ ਹੈ ਜਿਹੜੀ ਇੱਥੋਂ ਰਿਮੂਵ ਕੀਤੀ ਹੋਈ ਸੀ। ਤਾਂ ਇੱਥੇ ਜਿਹੜਾ ਤੁਹਾਡਾ ਆਨਸਰ ਹੋ ਜਾਏਗਾ ਡੀ ਆਪਸ਼ਨ ਜਿਹੜਾ ਤੁਹਾਡਾ ਇਸ ਕੁਐਸਚਨ ਦਾ ਆਨਸਰ ਸੀ। ਆਏ ਤੁਹਾਡਾ ਕਲੀਅਰ ਹੋ ਗਿਆ ਹੋਏਗਾ। ਹਾਂਜੀ ਤੇ ਨੈਕਸਟ ਕੁਐਸਚਨ ਦੇਖੋ 3rd ਨੰਬਰ ਤੁਹਾਡੇ ਕੋਲ ਕੁਐਸਚਨ ਹੈ। ਕੁਐਸਚਨ ਪੜੋ ਤੇ ਦੇਨ ਹੈ ਜਿਹੜਾ ਤੁਸੀਂ ਆਨਸਰ ਮਾਰਕ ਕਰੋਗੇ। ਸਿਲੈਕਟ ਦਾ ਇਨਕਰੈਕਟਲੀ ਸਪੈਲਡ ਵਰਡ। ਚਾਰ ਆਪਸ਼ਨਸ ਨੇ। ਇਨਕਰੈਕਟਲੀ ਸਪੈਲਿੰਗ ਵਰਡ ਹੈ ਜਿਹੜਾ ਤੁਹਾਡੇ ਕੋਲ ਤੁਸੀਂ ਫਾਈਂਡ ਆਊਟ ਕਰਨਾ ਜਿਹੜਾ ਕਿ ਇਨਕਰੈਕਟ ਸਪੈਲ ਕੀਤਾ ਹੋਇਆ ਦੇਖੋ ਜੀ। चार ऑप्शंस ने एक्सैजरवेटिंग, एवरेशियस, beneath एंड ट्रैफिकिंग। चेक कर रहे हैं इनकरेक्टली स्पेल्ड वर्ड ਕਿਹੜਾ ਹੈ। ਤਾਂ ਆਨਸਰ ਤੁਹਾਡਾ ਹੋ ਗਿਆ ਹੋਵੇਗਾ। ਦੇਖੋ ਜੀ ਸਭ ਤੋਂ ਪਹਿਲਾਂ ਇਹਨਾਂ ਦੇ ਮੀਨਿੰਗ ਦੇਖਦੇ ਹਾਂ ਆਪਾਂ ਕਿਹੜੇ ਵਰਡ ਦਾ ਮੀਨਿੰਗ ਕੀ ਹੁੰਦਾ ਦੈਨ ਆਪਾਂ ਜਿਹੜਾ ਆਨਸਰ ਦੇਖਾਂਗੇ। ਸਭ ਤੋਂ ਪਹਿਲਾਂ ਐਗਜ਼ੈਸਰਵੇਟਿੰਗ ਦਾ ਮੀਨਿੰਗ ਹੁੰਦਾ ਕਿਸੇ ਚੀਜ਼ ਨੂੰ ਇਨਕਰੀਜ਼ ਕਰਨਾ ਵਧਾਉਣਾ। ਅੱਗੇ ਐਵਰੇਸ਼ੀਅਸ ਇਹਦਾ ਮਤਲਬ ਲਾਲਚੀ ਤੁਸੀਂ ਕਹਿ ਸਕਦੇ ਹੋ। ਐਵਰੇਸ਼ੀਅਸ ਦਾ ਮਤਲਬ ਲਾਲਚੀ ਜਿਹਨੂੰ ਬਹੁਤ ਜ਼ਿਆਦਾ ਕਿਸੇ ਚੀਜ਼ ਦਾ ਲਾਲਚ ਹੋਵੇ। ਲੋਭੀ ਤੁਸੀਂ ਕਹਿ ਸਕਦੇ ਹੋ, ਲਾਲਚੀ ਤੁਸੀਂ ਕਹਿ ਸਕਦੇ ਹੋ। ਨੈਕਸਟ ਹੈ beneath। beneath ਦਾ ਮਤਲਬ ਕੀ ਹੁੰਦਾ ਹੈ ਹੇਠਾਂ। ਇੱਕ ਪ੍ਰੈਪੋਜੀਸ਼ਨ ਆ ਜਾਂਦੀ ਹੈ ਸਟਾਈਲਿੰਗ ਬਿਲਕੁਲ ਦੇਖੋ ਸਹੀ ਲਿਖਿਆ ਹੋਇਆ ਹੈ। ਅੱਗੇ ਕੋਡ ਹੈ ਟ੍ਰੈਫਿਕਿੰਗ। ਟ੍ਰੈਫਿਕਿੰਗ ਤੁਸੀਂ ਸੁਣਿਆ ਹੋਣਾ ਹੈ ਜਿਵੇਂ ਡਰੱਗ ਟ੍ਰੈਫਿਕਿੰਗ ਹੁੰਦੀ ਹੈ ਕਿਸੇ ਵੀ ਚੀਜ਼ ਦੀ ਟ੍ਰੈਫਿਕਿੰਗ ਹੁੰਦੀ ਹੈ ਤਾਂ ਤਸਕਰੀ। ਤਸਕਰੀ ਹੈ ਜਿਹੜਾ ਦਾ ਮੀਨਿੰਗ ਹੁੰਦਾ ਹੈ। ਤਸਕਰੀ ਕੀ ਹੋਗਾ ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਚੀਜ਼ ਨੂੰ ਆਜ਼ਾਦ ਨਿਰਜਾਤ ਕਰਨਾ। ਸੋ ਤਸਕਰੀ ਕਰਨਾ ਟ੍ਰੈਫਿਕਿੰਗ। ਹਾਂਜੀ ਤਾਂ ਹੁਣ ਆਪਣਾ ਸਪੈਲਿੰਗ ਦੇਖਣੀ ਸੀ ਕਿ ਇਨਕਰੈਕਟਲੀ ਸਪੈਲਡ ਵਰਡ ਕਿਹੜਾ ਹੈਗਾ। ਅਸੈਸਰਵੇਟਿੰਗ ਦੇ ਸਪੈਲਿੰਗ ਬਿਲਕੁਲ ਸਹੀ ਹੈ। ਨੈਕਸਟ ਐਵਰੀਸ਼ੀਅਸ ਅਗੇਨ ਸਪੈਲਿੰਗ ਬਿਲਕੁਲ ਸਹੀ ਨੇ। ਤੁਸੀਂ ਵਨ ਵਰਡ ਸਬਸਟੀਟਿਊਸ਼ਨ ਦੇ ਵਿੱਚ ਇਹ ਵਰਡ ਪੜਿਆ ਹੋਇਆ। ਬੇਨੀਥ ਤੁਹਾਨੂੰ ਪ੍ਰੈਪੋਜੀਸ਼ਨ ਦੇ ਵਿੱਚ ਕਰਵਾਇਆ ਹੋਇਆ ਬਿਲਕੁਲ ਸਹੀ ਹੈ। ਨੈਕਸਟ ਜਿਹੜਾ ਤੁਹਾਡੇ ਕੋਲ ਲਾਸਟ ਵਰਡ ਹੈ ਟ੍ਰੈਫਿਕਿੰਗ ਦੇ ਸਪੈਲਿੰਗ ਹੈ ਜਿਹੜਾ ਤੁਹਾਡੇ ਕੋਲ ਇੱਥੇ ਰੋਂਗ ਹੈ। ਡੀ ਤੁਹਾਡਾ ਆਨਸਰ ਹੋਣਾ ਸੀ। ਹੁਣ ਇਹਦੇ ਸਪੈਲਿੰਗ ਦੇ ਤੁਹਾਡੇ ਕੋਲ ਕੀ ਹੁੰਦੇ ਆ ਸਹੀ ਸਪੈਲਿੰਗ ਆਪਾਂ ਦੇਖਾਂਗੇ TRAFFICKING। ਤਾਂ ਇਹ ਹੁੰਦੇ ਜੀ ਟ੍ਰੈਫਿਕਿੰਗ ਦੇ ਸਪੈਲਿੰਗ। ਹੁਣ ਇੱਕ ਤਾਂ ਟ੍ਰੈਫਿਕ ਵਰਡ ਹੁੰਦਾ TRAFFIC। ਇੱਕ ਹੁੰਦਾ ਤੁਹਾਡੇ ਕੋਲੇ ਟ੍ਰੈਫਿਕਿੰਗ। ਤਾਂ ਹੁਣ ਟ੍ਰੈਫਿਕਿੰਗ ਦਾ ਮਤਲਬ ਹੁੰਦਾ ਤਸਕਰੀ ਕਿਸੇ ਚੀਜ਼ ਦੀ ਤਸਕਰੀ। ਜਿਵੇਂ ਡਰੱਗ ਦੀ ਤਸਕਰੀ ਹੁੰਦੀ ਹੈ ਨਾ ਤਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਹਾਡੇ ਕੋਲ ਤਸਕਰੀ ਕੀਤੀ ਜਾਂਦੀ ਹੈ ਗੈਰ ਕਾਨੂੰਨੀ ਤਰੀਕੇ ਨਾਲ ਜਿਹੜਾ ਆਜ਼ਾਦ ਕੀਤਾ ਜਾਂਦਾ ਇੰਪੋਰਟ ਐਕਸਪੋਰਟ ਉਹਨੂੰ ਟ੍ਰੈਫਿਕਿੰਗ ਕਹਿ ਦਿੰਦੇ ਆ। ਸਪੈਲਿੰਗ ਲਰਨ ਕਰਨੀ ਹੈ TRAFFICKING ਹੁੰਦੀ ਹੈ ਐਫ ਸਿੰਗਲ ਨਹੀਂ ਹੁੰਦੀ। ਇਹ ਹੈ ਜੀ ਤੁਹਾਡੇ ਇਹਦੇ ਸਪੈਲਿੰਗ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਤਾਂ ਇਹ ਸੀ ਥ੍ਰੀ ਕੁਐਸਚਨ ਜਿਹੜੇ ਆਪਾਂ ਡਿਸਕਸ ਕੀਤੇ ਆ ਇਨਕਰੈਕਟਲੀ ਕਰੈਕਟਲੀ ਸਪੈਲਡ ਵਰਡ ਤੁਸੀਂ ਕਹਿ ਸਕਦੇ ਹੋ ਸਪੈਲਿੰਗ ਐਰਰਸ ਦੇ ਵਿੱਚ ਜਾਂ ਮਿਸਸਪੈਲਡ ਦੇ ਵਿੱਚ। ਨੈਕਸਟ ਟਾਪਿਕ ਹੈ ਜੀ ਆਪਣਾ ਫਿਕਸਡ ਪ੍ਰੈਪੋਜੀਸ਼ਨ ਦਾ। ਡਿਸਕਸ ਕਰਾਂਗੇ 1 ਬਾय 1 ਹਰ ਇੱਕ ਜਿਹੜਾ ਆਪਣੇ ਕੋਲੇ ਪ੍ਰੈਪੋਜੀਸ਼ਨ ਦਾ ਟਾਪਿਕ। ਉਸ ਤੋਂ ਪਹਿਲਾਂ ਜਿਹੜਾ ਤੁਹਾਨੂੰ ਲਾਸਟ ਕਲਾਸ ਦੇ ਵਿੱਚ ਕੁਐਸਚਨ ਦਿੱਤਾ ਗਿਆ ਸੀ ਜਿਹਦਾ ਆਪਾਂ ਆਨਸਰ ਚੈੱਕ ਕਰਾਂਗੇ ਦੈਨ ਜਿਹੜਾ ਆਪਾਂ ਇਹ ਸੋਲਵ ਕਰਾਂਗੇ। ਦੇਖੋ ਜੀ ਆਪਣਾ ਜਿਹੜਾ ਕੁਐਸਚਨ ਸੀ ਤੁਹਾਨੂੰ ਲਾਸਟ ਕਲਾਸ ਦੇ ਵਿੱਚ ਦਿੱਤਾ ਗਿਆ ਸੀ ਜਿਵੇਂ ਤੁਹਾਨੂੰ ਪਤਾ ਹੈ ਅੱਜ ਤੁਹਾਡੀ ਕਲਾਸ 33 ਕਲਾਸ ਹੈ ਤਾਂ ਲਾਸਟ ਕਲਾਸ ਮੀਨਸ ਕਲਾਸ ਨੰਬਰ 32 ਦੇ ਵਿੱਚ ਜਿਹੜਾ ਤੁਹਾਨੂੰ ਕੁਐਸਚਨ ਇਹ ਦਿੱਤਾ ਗਿਆ ਸੀ। ਹੋਮਵਰਕ ਕੁਐਸਚਨ ਸੀ ਤੁਹਾਡਾ। ਆਈ ਹੋਪ ਤੁਸੀਂ ਸਾਰਿਆਂ ਨੇ ਅਟੈਂਪਟ ਕਰ ਲਿਆ ਹੋਣਾ। ਤਾਂ ਆਨਸਰ ਕੀ ਆਏਗਾ ਇਹਦਾ ABCD ਤੁਹਾਡੇ ਕੋਲ ਚਾਰ ਆਪਸ਼ਨ ਸੀ। ਹੀ ਕੈਪਟ ਬਲੈਂਕ ਟ੍ਰਾਈਂਗ ਟੂ ਅਨੋਏ ਮੀ ਐਂਡ ਇਨ ਦਾ ਐਂਡ ਆਈ ਹਿਟ ਹਿਮ। ਤਾਂ ਹੁਣ ਇਹਦਾ ਮੀਨਿੰਗ ਕੀ ਹੋਣਾ ਸੀ ਆਨਸਰ ਸੀ ਜੀ ਤੁਹਾਡਾ ਔਨ। ਕੈਪਟ ਔਨ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਕੰਟੀਨਿਊ ਰੁਕਣਾ। ਹੀ ਕੈਪਟ ਔਨ ਟ੍ਰਾਈਂਗ ਟੂ ਅਨੋਏ ਮੀ ਮਤਲਬ ਉਹਨੇ ਮੈਨੂੰ ਹੀ ਪਰੇਸ਼ਾਨ ਕਰਨਾ ਜਾਰੀ ਰੱਖਿਆ ਐਂਡ ਇਨ ਦਾ ਐਂਡ ਆਈ ਹਿਟ ਹਿਮ ਤੇ ਅਸਲ ਅਖੀਰ ਦੇ ਵਿੱਚ ਜਾ ਕੇ ਮੈਂ ਕੀ ਕੀਤਾ ਉਹਨੂੰ ਹਿੱਟ ਕੀਤਾ ਮੈਂ ਉਹਦੇ ਮਾਰਿਆ। ਤਾਂ ਇਹ ਹੈ ਜੀ ਤੁਹਾਡਾ ਕੁਐਸਚਨ ਤੇ ਇਹਦਾ ਆਨਸਰ ਕੀ ਹੋਣਾ ਸੀ ਸੀ ਆਪਸ਼ਨ ਤੁਹਾਡੇ ਕੋਲੇ ਆਨਸਰ ਆਉਣਾ ਸੀ। ਕੈਪਟ ਔਨ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਕੰਟੀਨਿਊ ਰੱਖਣਾ ਟੂ ਕੰਟੀਨਿਊ। ਹਾਂਜੀ ਕੈਪਟ ਬੈਗ ਤੁਹਾਨੂੰ ਪਤਾ ਹੈ ਕੈਪਟ ਬੈਗ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਲੁਕੋ ਕੇ ਰੱਖ ਲੈਣਾ। ਇਹ ਜਿਹੜਾ ਹੈਗਾ ਤੁਸੀਂ ਧਿਆਨ ਚ ਰੱਖਣਾ। ਬਾਕੀ ਕੈਪਟ ਬੈਗ ਤੇ ਕੈਪਟ ਔਨ ਤੁਹਾਨੂੰ ਦੋ ਫਰੇਜ਼ਸ ਕਰਵਾਈਆਂ ਸੀ ਇਹਨਾਂ ਦੇ ਮੀਨਿੰਗ ਹੈ ਜਿਹੜੇ ਤੁਹਾਡੇ ਧਿਆਨ ਚ ਹੋਣੇ ਚਾਹੀਦੇ। ਅੱਜ ਦੀਆਂ ਜਿਹੜੀਆਂ ਮਿਕਸਡ ਪ੍ਰੈਪੋਜੀਸ਼ਨ ਆਪਾਂ ਡਿਸਕਸ ਕਰਾਂਗੇ ਸਭ ਤੋਂ ਪਹਿਲੀ ਤੁਹਾਡੇ ਕੋਲ ਫਰੇਜ਼ ਆ ਜਾਂਦੀ ਹੈ ਜੀ ਟਰਨ ਅਪ। ਹੁਣ ਟਰਨ ਦਾ ਮਤਲਬ ਕੀ ਹੁੰਦਾ ਹੈ ਟਰਨ ਦਾ ਬੇਸਿਕਲੀ ਦੇਖਿਆ ਜਾਵੇ ਤਾਂ ਮੁੜਨਾ ਆਪਾਂ ਕਹਿ ਦਿੰਦੇ ਨਾ ਕਿਸੇ ਚੀਜ਼ ਦਾ ਮੁੜਨਾ। ਹੁਣ ਟਰਨ ਦੇ ਨਾਲ ਜਦੋਂ ਅਪ ਆ ਜਾਏ ਤਾਂ ਫਰੇਜ਼ ਦਾ ਮੀਨਿੰਗ ਕੀ ਹੋ ਜਾਂਦਾ ਟਰਨ ਅਪ ਦਾ ਮੀਨਿੰਗ ਕੀ ਹੁੰਦਾ ਹੈ ਤਾਂ ਕਿਸੇ ਚੀਜ਼ ਦਾ ਪ੍ਰੈਜ਼ੈਂਟ ਹੋਣਾ। ਟਰਨ ਅਪ ਤੋਂ ਤੁਸੀਂ ਬਣਾ ਲਓ ਵੀ ਕੋਈ ਚੀਜ਼ ਖੜੀ ਹੋ ਗਈ। ਹੁਣ ਬੈਠਾ ਸੀ ਤਾਂ ਤੁਹਾਨੂੰ ਨਹੀਂ ਦਿਖ ਰਿਹਾ ਸੀ ਖੜਾ ਹੋ ਗਿਆ ਤਾਂ ਤੁਸੀਂ ਕਹਿ ਲਓ ਵੀ ਹਾਂ ਹੁਣ ਸਮਝ ਆਉਣ ਲੱਗੀ ਦਿਖਣ ਲੱਗ ਗਿਆ। ਪਰ ਟਰਨ ਅਪ ਦਾ ਮਤਲਬ ਕੀ ਹੋ ਜਾਊਗਾ ਤੁਹਾਡੇ ਕੋਲ ਟੂ ਬੀ ਪ੍ਰੈਜ਼ੈਂਟ। ਔਰ ਕਿਸੇ ਅਪ ਹੋਣਾ ਮਤਲਬ ਕੀ ਹੁੰਦਾ ਇਨਕਰੀਜ਼ ਹੋਣਾ ਵੀ ਹੁੰਦਾ ਫਿਰ ਇਹਦਾ ਮੀਨਿੰਗ ਇਨਕਰੀਜ਼ ਵੀ ਆ ਜਾਂਦਾ। ਟੂ ਬੀ ਪ੍ਰੈਜ਼ੈਂਟ ਔਰ ਟੂ ਇਨਕਰੀਜ਼ ਹਾਜ਼ਰ ਹੋਣਾ ਜਾਂ ਫਿਰ ਕਿਸੇ ਚੀਜ਼ ਦੇ ਵਿੱਚ ਵਾਧਾ ਹੋਣਾ। ਐਗਜ਼ਾਮਪਲ ਤੁਹਾਨੂੰ ਦਿੱਤੀ ਹੋਈ ਹੈ ਦੇ ਵੇਟਡ ਫॉर ਆਵਰਸ ਬਟ ਸ਼ੀ ਨੈਵਰ ਟਰਨਡ ਅਪ। ਤਾਂ ਹੁਣ ਇੱਥੇ ਟਰਨਡ ਅਪ ਦਾ ਮੀਨਿੰਗ ਕੀ ਹੈ ਟੂ ਬੀ ਪ੍ਰੈਜ਼ੈਂਟ। ਮਤਲਬ ਕੀ ਆ ਕਿ ਉਹਨਾਂ ਨੇ ਜਿਹੜਾ ਬਹੁਤ ਲੰਬਾ ਸਮਾਂ ਕਿਸੇ
ਜਿਹੜਾ she ਜਿਹਦਾ ਉਹ ਇੰਤਜ਼ਾਰ ਕਰ ਰਹੀ ਸੀ ਉਹਦਾ ਇੰਤਜ਼ਾਰ ਕੀਤਾ but she never turned up, but ਉਹ ਹੈ ਜਿਹੜਾ present ਨਹੀਂ ਹੋਈ। so they waited for hours but she never turned up। ਤਾਂ turn ਆਪਣਾ meaning ਧਿਆਨ ਚ ਰੱਖਣਾ ਹੈ to be present or to increase। next phrase ਹੈ ਜੀ ਆਪਣੇ ਕੋਲੇ turn down। turn down ਤਾਂ ਕਿਸੇ ਚੀਜ਼ ਨੂੰ decrease ਕਰਨਾ। ਹੁਣ turn up up down ਇੱਕ ਦੂਜੇ ਦੇ opposite ਨੇ। turn up ਦਾ ਮਤਲਬ ਕੀ ਹੁੰਦਾ ਹੈ increase ਕਰਨਾ ਜਾਂ present ਹੋਣਾ, ਤੇ turn down ਦਾ meaning ਕੀ ਹੋ ਜਾਏਗਾ reject ਕਰਨਾ ਔਰ decrease ਹੋਣਾ, to reject or to decrease। example ਤੁਹਾਨੂੰ ਦਿੱਤੀ ਗਈ ਹੈ he turned down the offer of a free trip। turned down ਮਤਲਬ ਕੀ ਹੋਗਾ ਉਹਨੇ ਰਿਜੈਕਟ ਕਰਤਾ ਕੀ ਚੀਜ਼ ਦਾ offer of a free trip। free trip ਦਾ ਜਿਹੜਾ offer ਸੀ ਉਹਨੂੰ ਦਿੱਤਾ ਗਿਆ ਉਹ ਕੀ ਕੀਤਾ ਗਿਆ ਉਹਦੇ ਦੁਆਰਾ ਰਿਜੈਕਟ ਕੀਤਾ ਗਿਆ। ਇਹ ਤੁਹਾਡੀ ਐਗਜ਼ਾਮਪਲ ਸੀ। ਸੋ ਟਰਨ ਡਾਊਨ ਟਰਨ ਅਪ ਮੀਨਿੰਗ ਧਿਆਨ ਚ ਰੱਖਣਾ ਹੈ। ਟਰਨ ਡਾਊਨ ਦਾ ਮੀਨਿੰਗ ਹੈ ਰਿਜੈਕਟ ਔਰ ਡਿਕਰੀਜ਼। ਟਰਨ ਅਪ ਦਾ ਮੀਨਿੰਗ ਹੈ ਇਸ ਚੀਜ਼ ਨੂੰ ਇਨਕਰੀਜ਼ ਕਰਨਾ ਔਰ ਟੂ ਬੀ ਪ੍ਰੈਜ਼ੈਂਟ। ਨੈਕਸਟ ਫਰੇਜ਼ ਆ ਜਾਂਦੀ ਹੈ ਜੀ ਆਪਣੇ ਕੋਲੇ ਟਰਨ ਆਊਟ। ਟਰਨ ਆਊਟ ਦਾ ਮਤਲਬ ਕੀ ਹੁੰਦਾ ਹੈ ਆਪਾਂ ਕਹਿੰਦੇ ਵੀ ਇੱਥੇ ਕਿੰਨੀ ਕੁ ਟਰਨ ਆਊਟ ਹੋ ਗਈ ਜਾਂ ਟਰਨ ਅਪ ਤੁਹਾਡੇ ਕੋਲੇ ਕਿੰਨੀ ਕੁ ਟਰਨ ਓਵਰ ਹੋ ਗਈ। ਤਾਂ ਉਹ ਹੁਣ ਜਿਹੜੇ ਆਪਾਂ ਵਨ ਬਾਏ ਵਨ ਇਹਨਾਂ ਨੂੰ ਡਿਸਕਸ ਜਿਹੜਾ ਕਰ ਰਹੇ ਹਾਂ। ਟਰਨ ਆਊਟ ਦਾ ਮੀਨਿੰਗ ਤੁਹਾਡੇ ਕੋਲ ਕੀ ਆਏਗਾ ਕਿਸੇ ਚੀਜ਼ ਨੂੰ ਪ੍ਰੂਵ ਕਰਨਾ, ਟੂ ਪ੍ਰੂਵ। ਹੁਣ ਜਿਵੇਂ ਐਗਜ਼ਾਮਪਲ ਤੁਹਾਨੂੰ ਦਿੱਤੀ ਹੋਈ ਹੈ ਦਾ ਪ੍ਰੋਜੈਕਟ ਟਰਨਡ ਆਊਟ ਟੂ ਬੀ ਅ ਗ੍ਰੇਟ ਸਕਸੈਸ। ਤਾਂ ਕੀ ਕੀਤਾ ਪ੍ਰੋਜੈਕਟ ਨੇ ਇਹ ਚੀਜ਼ ਸਾਬਤ ਕਰਤੀ ਕਿ ਜਿਹੜੀ ਹੈਗੀ ਉਹਨਾਂ ਦੀ ਗ੍ਰੇਟ ਸਕਸੈਸ ਉਹਨਾਂ ਨੂੰ ਮਿਲੀ ਹੈ। ਸੋ ਪ੍ਰੋਜੈਕਟ ਦੁਆਰਾ ਜਿਹੜਾ ਹੈਗਾ ਉਹਨਾਂ ਨੂੰ ਗ੍ਰੇਟ ਸਕਸੈਸ ਮਿਲੀ ਹੈ। ਸੋ ਪ੍ਰੋਜੈਕਟ ਨੇ ਉਹਨਾਂ ਦਾ ਜਿਹੜਾ ਹੈਗਾ ਕਹਿ ਲਓ ਜੋ ਉਹਨਾਂ ਦੇ ਵਿੱਚ ਕੌਨਫੀਡੈਂਸ ਲੈਵਲ ਸੀ ਜਾਂ ਉਹਨਾਂ ਦੀ ਜਿਹੜੀ ਸਕਿੱਲ ਸੀ ਉਹਨੂੰ ਕੀ ਕੀਤਾ ਪ੍ਰੂਵ ਕੀਤਾ। ਸੋ ਦਾ ਪ੍ਰੋਜੈਕਟ ਟਰਨਡ ਆਊਟ ਟੂ ਬੀ ਅ ਗ੍ਰੇਟ ਸਕਸੈਸ। ਆਈ ਹੋਪ ਕਲੀਅਰ ਹੋ ਗਿਆ ਹੋਏਗਾ। ਹਾਂਜੀ ਤੇ ਨੈਕਸਟ ਆਪਣੇ ਕੋਲ ਇਹ ਫਰੇਜ਼ ਆ ਜਾਂਦੀ ਹੈ ਟਰਨ ਓਵਰ। ਹੁਣ ਆਪਾਂ ਕਹਿੰਦੇ ਟਰਨ ਓਵਰ ਕਿੰਨਾ ਟਰਨ ਓਵਰ ਹੈ ਤਾਂ ਆਪਾਂ ਬੇਸਿਕਲੀ ਇਹਨੂੰ ਯੂਜ਼ ਕਰ ਲੈਂਦੇ ਕਿਸੇ ਚੀਜ਼ ਨੂੰ ਕਮਾਈ ਕਿੰਨੀ ਹੋ ਰਹੀ ਹੈ ਓਵਰਆਲ ਜਿਹੜਾ ਕਿਸੇ ਚੀਜ਼ ਦਾ ਕੋਈ ਆਪਾਂ ਕਹਿੰਦੇ ਬੈਨੀਫਿਟ ਦੇਖ ਰਹੇ ਹਾਂ ਤਾਂ ਉੱਥੇ ਟਰਨ ਓਵਰ ਹੋ ਸਕਦਾ। ਸੈਕਿੰਡ ਤੁਹਾਡੇ ਕੋਲ ਟਰਨ ਓਵਰ ਦਾ ਜਿਹੜਾ ਮੀਨਿੰਗ ਆਪਾਂ ਇੱਥੇ ਡਿਸਕਸ ਕਰਨਾ ਉਹ ਹੈ ਵੀ ਕਿਸੇ ਚੀਜ਼ ਦਾ ਅਪਸਾਈਡ ਡਾਊਨ ਹੋ ਜਾਣਾ। ਜਿਵੇਂ ਆਪਾਂ ਕਹਿ ਲਓ ਐਕਸੀਡੈਂਟ ਹੁੰਦਾ ਹੈ ਤਾਂ ਐਕਸੀਡੈਂਟ ਦੇ ਵਿੱਚ ਕਿਸੇ ਕਾਰ ਦਾ ਮੋਟਰਸਾਈਕਲ ਦਾ ਜਿਹੜਾ ਅਪਸਾਈਡ ਡਾਊਨ ਹੋ ਜਾਂਦਾ ਕਿ ਉਹ ਸੇਮ ਥੱਲੇ ਹੋ ਜਾਂਦਾ ਹੈ ਨਾ, ਟਾਇਰ ਵਗੈਰਾ ਜਿਹੜੇ ਹੈਗੇ ਉਹ ਹੋ ਜਾਂਦੇ ਆ। ਉਹ ਵਾਲੀ ਚੀਜ਼ ਅਪਸਾਈਡ ਡਾਊਨ ਹੋ ਜਾਣਾ। ਜਾਂ ਆਪਾਂ ਪੇਜਸ ਨੂੰ ਕਰਦੇ ਹਾਂ ਕਾਪੀ ਦੇ ਪੇਜਸ ਹੁੰਦੇ ਉਹ ਟਰਨ ਓਵਰ ਕੀ ਕੀਤੇ ਜਾਂਦੇ ਆ ਪਲਟਾਏ ਜਾਂਦੇ ਆ। ਪਲਟ ਜਾਣਾ ਜਿਹੜਾ ਤੁਸੀਂ ਕਹਿ ਸਕਦੇ ਹੋ। ਐਗਜ਼ਾਮਪਲ he sat down and turned over the test paper। ਤਾਂ ਹੁਣ ਆਪਣੇ ਕੋਲੇ ਕੀ ਕੀਤਾ ਜਾ ਰਿਹਾ ਵੀ ਕਹਿੰਦੇ ਉਹ ਆ ਜਿਹੜਾ ਬੈਠ ਜਾਂਦਾ ਹੈ ਕਿੱਥੇ ਬੈਠ ਗਿਆ ਤੇ ਇਹਦੇ ਬਾਅਦ ਕੀ ਕੀਤਾ ਨੇ ਟਰਨਡ ਓਵਰ ਦਾ ਟੈਸਟ ਪੇਪਰ ਤੇ ਟੈਸਟ ਪੇਪਰ ਸੀ ਜਿਹੜਾ ਟਰਨਡ ਓਵਰ ਜਿਹੜਾ ਉਹਨੇ ਕੀਤਾ ਟੂ ਬੀ ਅਪਸਾਈਡ ਡਾਊਨ ਅਗੇਨ ਉਹੀ ਸੈਂਸ ਤੇ ਪਲਟ ਗਿਆ ਜਿਹੜਾ ਉਹਨੇ ਪੇਪਰ ਵੀ ਦੇਖਿਆ ਹੋਊਗਾ। ਤਾਂ ਇਹ ਅਸੀਂ ਤੁਹਾਡੇ ਕੋਲ ਐਗਜ਼ਾਮਪਲ। ਨੈਕਸਟ ਆ ਜਾਂਦੀ ਹੈ ਆਪਣੇ ਕੋਲੇ ਫਰੇਜ਼ ਦੈਟ ਇਜ਼ ਟਰਨ ਔਨ ਔਰ ਟਰਨ ਅਪ। ਆਪਾਂ ਕਹਿੰਦੇ ਟਰਨ ਔਨ ਦਾ ਸਵਿਚ ਪਲੀਜ਼, ਟਰਨ ਆਫ ਦਾ ਕੋਈ ਵੀ ਸਵਿਚ ਕਿਸੇ ਵੀ ਚੀਜ਼ ਦੀ ਸਵਿਚ ਨੂੰ ਆਪਾਂ ਔਨ ਆਫ ਕਰਨ ਵਾਸਤੇ ਜਿਹੜਾ ਯੂਜ਼ ਕਰ ਸਕਦੇ ਹਾਂ ਟਰਨ ਔਨ ਆ ਟਰਨ ਆਫ ਦਾ। ਟਰਨ ਔਨ ਮੀਨਿੰਗ ਹੁੰਦਾ ਤੁਹਾਡੇ ਕੋਲੇ ਔਨ ਕਰਨਾ ਕਿਸੇ ਚੀਜ਼ ਨੂੰ ਸ਼ੁਰੂ ਕਰਨਾ ਲਾਗੂ ਕਰਨਾ। ਟਰਨ ਆਫ ਦਾ ਮਤਲਬ ਹੋ ਜਾਏਗਾ ਬੰਦ ਕਰਨਾ। ਸੋ ਟਰਨ ਆਫ ਤੁਹਾਡੇ ਕੋਲੇ ਬੰਦ ਦੇ ਵਿੱਚ ਆ ਜਾਏਗਾ। ਟਰਨ ਆਨ ਔਨ ਕਰਨ ਦੇ ਵਿੱਚ ਸ਼ੁਰੂ ਕਰਨ ਦੇ ਵਿੱਚ ਆ ਜਾਏਗਾ ਟੂ ਸਵਿਚ ਔਨ ਔਰ ਆਫ। ਐਗਜ਼ਾਮਪਲਸ ਤੁਹਾਨੂੰ ਦੋਨੋਂ ਦੀਆਂ ਦਿੱਤੀ ਹੋਈਆਂ ਪਲੀਜ਼ ਟਰਨ ਆਫ ਦਾ ਟੈਲੀਵਿਜ਼ਨ ਔਰ ਪਲੀਜ਼ ਟਰਨ ਔਨ ਦਾ ਲਾਈਟ। ਜਿਵੇਂ ਟੈਲੀਵਿਜ਼ਨ ਬੰਦ ਕਰਨ ਦੀ ਤੇ ਲਾਈਟ ਨੂੰ ਔਨ ਕਰਨ ਦੀ ਗੱਲ ਜਿਹੜੀ ਇੱਥੇ ਕੀਤੀ ਜਾ ਰਹੀ ਹੈ। ਤਾਂ ਹੁਣ ਆਪਾਂ ਜਿਹੜੇ ਟਰਨ ਨਾਲ ਰਿਲੇਟਡ ਫਰੇਜ਼ਸ ਦੇਖਦੇ ਹਾਂ ਇੱਕ ਵਾਰ ਇਹਨਾਂ ਨੂੰ ਦੇਖ ਵੀ ਕਿਹੜੇ ਕਿਹੜੇ ਵਰਡ ਜਿਹੜੇ ਆਪਾਂ ਦੇਖੇ ਇੱਕ ਸਲਾਈਡ ਦੇ ਉੱਤੇ। ਦੈਨ ਜਿਹੜਾ ਆਪਾਂ ਤੁਹਾਨੂੰ ਕੁਐਸਚਨ ਦੇਵਾਂਗੇ ਅੱਜ ਦਾ ਜਿਹੜਾ ਤੁਹਾਡੇ ਕੋਲ ਹੋਏਗਾ ਹੋਮਵਰਕ ਕੁਐਸਚਨ। ਦੇਖੋ ਜੀ ਤਾਂ ਡਿਸਕਸ ਕੀ ਕੀਤਾ ਆਪਾਂ ਟਰਨ ਦੇ ਨਾਲ ਰਿਲੇਟਡ ਤੁਹਾਡੇ ਕੋਲੇ ਟਰਨ ਨਾਲ ਕਿਹੜੇ ਕਿਹੜੇ ਫਰੇਜ਼ਲ ਸੌਰੀ ਪ੍ਰੈਪੋਜੀਸ਼ਨ ਫਿਕਸਡ ਪ੍ਰੈਪੋਜੀਸ਼ਨ ਜਿਹੜੀਆਂ ਤੁਹਾਡੀਆਂ ਯੂਜ਼ ਹੋ ਸਕਦੀਆਂ। ਸਭ ਤੋਂ ਪਹਿਲੀ ਸੀ ਆਪਣੇ ਕੋਲੇ ਟਰਨ ਅਪ। ਟਰਨ ਅਪ ਤਾਂ ਇਹਦੇ ਨਾਲ ਤੁਹਾਡੇ ਕੋਲ ਇਹਦਾ ਮੀਨਿੰਗ ਕੀ ਹੁੰਦਾ ਹੈ ਕਿਸੇ ਚੀਜ਼ ਦਾ ਪ੍ਰੈਜ਼ੈਂਟ ਹੋਣਾ ਔਰ ਇਨਕਰੀਜ਼ ਹੋਣਾ। ਇਨਕਰੀਜ਼ ਤੁਸੀਂ ਕਹਿ ਸਕਦੇ ਹੋ, ਪ੍ਰੈਜ਼ੈਂਟ ਤੁਸੀਂ ਕਹਿ ਸਕਦੇ ਹੋ। ਨੈਕਸਟ ਹੈ ਆਪਣੇ ਕੋਲੇ ਟਰਨ ਡਾਊਨ। ਡਾਊਨ ਦਾ ਮਤਲਬ ਕੀ ਹੁੰਦਾ ਹੈ ਤੁਹਾਡਾ ਕਿਸੇ ਚੀਜ਼ ਦਾ ਡਿਕਰੀਜ਼ ਹੋਣਾ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਕਿਸੇ ਚੀਜ਼ ਨੂੰ ਰਿਜੈਕਟ ਕਰਨ ਦੇ ਵਾਸਤੇ ਜਿਹੜਾ ਇਹਦਾ ਯੂਜ਼ ਕਰ ਸਕਦੇ ਹੋ। ਨੈਕਸਟ ਸੀ ਜੀ ਟਰਨ ਆਊਟ। ਟਰਨ ਆਊਟ ਇਹਦਾ ਮੀਨਿੰਗ ਹੁੰਦਾ ਹੈ ਟੂ ਪ੍ਰੂਵ। ਪ੍ਰੂਵ ਕਰਨ ਦੇ ਲਈ ਜਿਹੜਾ ਇਹ ਯੂਜ਼ ਕੀਤਾ ਜਾਂਦਾ ਟੂ ਪ੍ਰੂਵ ਕਿਸੇ ਚੀਜ਼ ਦਾ ਪ੍ਰੂਫ ਦੇਣ ਦੇ ਵਾਸਤੇ ਟਰਨ ਆਊਟ। ਨੈਕਸਟ ਹੁੰਦਾ ਆਪਣੇ ਕੋਲ ਟਰਨ ਓਵਰ। ਟਰਨ ਓਵਰ ਦਾ ਮੀਨਿੰਗ ਹੁੰਦਾ ਅਪ ਸਾਈਡ ਡਾਊਨ। ਮਤਲਬ ਕੀ ਹੁੰਦਾ ਕੋਈ ਚੀਜ਼ ਜਿਵੇਂ ਆਪਾਂ ਐਕਸੀਡੈਂਟ ਵਗੈਰਾ ਦੀ ਵੀ ਗੱਲ ਹੀ ਕੀਤੀ ਹੈ ਤਾਂ ਉਹ ਕੀ ਹੁੰਦਾ ਤੁਹਾਡੇ ਕੋਲ ਟਾਇਰ ਹੈ ਜਿਹੜੀ ਕਿਸੇ ਚੀਜ਼ ਦੇ ਉੱਤੋਂ ਹੋ ਗਏ ਤੇ ਬਾਕੀ ਜਿਹੜਾ ਪੋਰਸ਼ਨ ਹੈ ਜਿਹੜਾ ਉਹਦਾ ਬੋਡੀ ਪੋਰਸ਼ਨ ਹੈ ਉਹ ਹੋ ਜਾਂਦਾ ਨੀਚੇ ਨੂੰ ਹੋ ਜਾਂਦਾ ਤਾਂ ਟਰਨ ਓਵਰ ਹੋ ਜਾਂਦੀ ਹੈ। ਅੱਗੇ ਜਿਹੜਾ ਆਪਾਂ ਲਾਸਟ ਡਿਸਕਸ ਕੀਤਾ ਸੀ ਉਹ ਟਰਨ ਔਨ ਆਫ ਸੀਗਾ। ਹਾਂਜੀ ਤਾਂ ਟਰਨ ਔਨ ਤੇ ਆਫ ਦਾ ਮੀਨਿੰਗ ਹੁੰਦਾ ਔਨ ਕਰਨਾ ਸਵਿਚ ਔਨ ਔਰ ਆਫ ਕਰਨਾ ਆਪਣੇ ਕੋਲੇ ਟਰਨ ਔਨ ਆਫ ਦਾ ਮੀਨਿੰਗ ਸੀ। ਆਈ ਹੋਪ ਤੁਹਾਨੂੰ ਜਿੰਨੇ ਵੀ ਫਰੇਜ਼ਸ ਆਪਾਂ ਡਿਸਕਸ ਕੀਤੇ ਆ ਫਿਕਸ ਪ੍ਰੈਪੋਜੀਸ਼ਨ ਆਪਾਂ ਦੇਖਿਆ ਨੇ ਉਹ ਕਲੀਅਰ ਹੋ ਗਈਆਂ ਹੋਣਗੀਆਂ। ਹੁਣ ਵਾਰੀ ਹੈ ਜੀ ਤੁਹਾਡੇ ਕੁਐਸਚਨ ਦੀ। ਸੋ ਕੁਐਸਚਨ ਆਫ ਦਾ ਡੇ ਇਜ਼ ਦ ਟਰੱਕ ਬਲੈਂਕ ਆਫਟਰ ਦਾ ਕ੍ਰੈਸ਼ ਬਟ ਫੋਰਚੂਨੇਟਲੀ ਨੋ ਵਨ ਵਾਸ ਕਿਲਡ। ਤਾਂ ਇਹ ਹੈ ਜੀ ਤੁਹਾਡਾ ਕੁਐਸਚਨ। ਆਪਸ਼ਨਸ ਨੇ ਤੁਹਾਡੇ ਕੋਲੇ ਟਰਨਡ ਡਾਊਨ, ਟਰਨਡ ਬੈਕ, ਟਰਨਡ ਓਵਰ ਐਂਡ ਟਰਨਡ ਅਵੇ। ਚੈੱਕ ਕਰਨਾ ਕਿਹੜੀ ਆਪਸ਼ਨ ਤੁਹਾਡਾ ਆਨਸਰ ਹੋਏਗੀ। ਹੋਮਵਰਕ ਕੁਐਸਚਨ ਹੈ ਤੁਹਾਡਾ ਆਂਸਰ ਤੁਸੀਂ ਦੱਸੋਗੇ ਇਹਦਾ ਕਮੈਂਟ ਬਾਕਸ ਦੇ ਵਿੱਚ।
ਕਮੈਂਟ ਬਾਕਸ ਦੇ ਵਿੱਚ ਤੁਸੀਂ ਆਂਸਰ ਪੋਸਟ ਕਰੋਗੇ, ਕੁਐਸਚਨ ਤੁਹਾਨੂੰ ਹੈ ਜਿਹੜਾ ਕਲੀਅਰ ਹੋ ਗਿਆ ਹੋਏਗਾ। ਦ ਟਰੱਕ ਬਲੈਂਕ ਆਫਟਰ ਦ ਕ੍ਰੈਸ਼ ਬਟ ਫॉर्चुनेटली नो वन ਵਾਸ ਕਿਲਡ। ਤਾਂ ਆਪਸ਼ਨਸ ਨੇ ਤੁਹਾਡੇ ਕੋਲ ਚਾਰ, ਤਾਂ ਆਪਾਂ ਜਿਹੜੇ ਹਰ ਇੱਕ ਵਰਡ ਦਾ ਮੀਨਿੰਗ ਦੇਖਿਆ, ਟਰਨ ਡਾਊਨ ਦਾ ਮੀਨਿੰਗ, ਟਰਨ ਬੈਕ, ਟਰਨ ਓਵਰ, ਟਰਨ ਅਵੇ, ਸਾਰਿਆਂ ਦਾ ਮੀਨਿੰਗ ਆਪਾਂ ਚੈੱਕ ਕੀਤਾ ਹੈ। ਤੁਸੀਂ ਚੈੱਕ ਕਰੋਗੇ ਕਿਹੜੀ ਆਪਸ਼ਨ ਇੱਥੇ ਸਹੀ ਹੈ, ਸੁਟੇਬਲ ਜਿਹੜਾ ਆਪਸ਼ਨ ਤੁਸੀਂ ਇੱਥੇ ਫਿਟ ਕਰਨਾ ਹੈ। ਹਾਂਜੀ, ਤਾਂ ਇਹ ਸੀ ਤੁਹਾਡਾ ਹੋਮਵਰਕ ਕੁਐਸਚਨ ਅੱਜ ਦੀ ਕਲਾਸ ਤੇ। ਆਈ ਹੋਪ ਤੁਹਾਨੂੰ ਜਿੰਨੇ ਵੀ ਕਨਸੈਪਟ ਕਰਵਾਏ ਗਏ, ਵਨ ਵਰਡ ਸਬਸਟੀਟਿਊਸ਼ਨ, ਆਈਡੀਅਮ, ਫਰੇਜ਼ਸ ਦਾ ਸਪੈਲਿੰਗ ਐਰਰਸ ਹੋ ਗਏ, ਸਿਨੋਨਿਮ ਹੋ ਗਏ, ਜਾਂ ਲਾਸਟ ਫਿਕਸ ਪ੍ਰੈਪੋਜੀਸ਼ਨ ਵਾਲਾ ਟੌਪਿਕ ਹੋ ਗਿਆ, ਤੁਹਾਨੂੰ ਕਲੀਅਰ ਹੋ ਗਿਆ ਹੋਏਗਾ। ਫਿਰ ਵੀ ਜੇ ਕਿਸੇ ਸਟੂਡੈਂਟ ਨੂੰ ਇਹਨਾਂ ਦੇ ਵਿੱਚ ਕੋਈ ਡਾਊਟ ਹੁੰਦਾ ਹੈ, ਜਾਂ ਤੁਹਾਡਾ ਕੋਈ ਕੁਐਸਚਨ ਹੁੰਦਾ ਹੈ, ਤਾਂ ਤੁਸੀਂ ਕਮੈਂਟ ਬਾਕਸ ਹੈ ਜਿਹੜਾ ਉਹਦੇ ਵਿੱਚ ਆਪਣਾ ਆਂਸਰ, ਹਾਂ ਸੌਰੀ ਡਾਊਟ ਹੈ ਜਿਹੜਾ ਉਹ ਪੋਸਟ ਕਰ ਸਕਦੇ ਹੋ। ਸੈਕਿੰਡ, ਆਪਣਾ ਹੋਮਵਰਕ ਕੁਐਸਚਨ ਦਾ ਆਂਸਰ ਜਿਹੜਾ ਤੁਸੀਂ ਜ਼ਰੂਰ ਪੋਸਟ ਕਰਨਾ ਹੈ, ਸੋ ਪਤਾ ਲੱਗੇ ਕਿ ਤੁਸੀਂ ਇਹ ਜਿਹੜਾ ਕਿੰਨਾ ਕੁ ਤਿਆਰੀ ਕਰ ਰਹੇ ਹੋ, ਤੁਹਾਨੂੰ ਕਨਸੈਪਟ ਕਲੀਅਰ ਹੋ ਰਿਹਾ ਹੈ ਜਾਂ ਫਿਰ ਨਹੀਂ। ਕਲਾਸ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਹੈ, ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਨਾ ਹੈ। ਨਿਊ ਸਟੂਡੈਂਟਸ ਚੈਨਲ ਨੂੰ ਸਬਸਕ੍ਰਾਈਬ ਹੈ ਜਿਹੜਾ ਉਹ ਕਰ ਲੈਣ, ਤਾਂ ਜੋ ਤੁਹਾਨੂੰ ਨਵੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਵੀ ਮਿਲਦਾ ਰਹੇ ਤੇ ਤੁਸੀਂ ਜਿਹੜਾ ਕਲਾਸਾਂ ਨੂੰ ਵਧੀਆ ਤਰੀਕੇ ਨਾਲ ਅਟੈਂਡ ਕਰ ਸਕੋ ਤੇ ਆਪਣਾ ਫ੍ਰੀ ਆਫ ਕਾਸਟ ਮਟੀਰੀਅਲ ਹੈ ਜਿਹੜਾ ਉਹ ਲੈ ਸਕੋ ਤੇ ਆਪਣੀ ਤਿਆਰੀ ਹੈ ਜਿਹੜੀ ਉਹ ਵਧੀਆ ਤਰੀਕੇ ਨਾਲ ਕਰ ਸਕੋ। ਹੁਣ ਮਿਲਾਂਗੇ ਜੀ ਆਪਾਂ ਨੈਕਸਟ ਆਪਣੀ ਕਲਾਸ ਦੇ ਵਿੱਚ, ਨੈਕਸਟ ਸੈਸ਼ਨ ਦੇ ਵਿੱਚ ਨਵੇਂ ਵਰਡ ਲੈ ਕੇ ਆਵਾਂਗੇ ਤੁਹਾਡੇ ਲਈ, ਵਨ ਵਰਡ ਸਬਸਟੀਟਿਊਸ਼ਨ, ਇਡੀਅਮ, ਫਰੇਜ਼ਸ, ਅਗੇਨ ਵੋਕੈਬ ਦਾ ਹਰ ਇੱਕ ਪੋਰਸ਼ਨ ਹੈ ਜਿਹੜਾ ਤੁਹਾਡਾ, ਤੁਹਾਨੂੰ ਇੰਨੇ ਚੰਗੇ ਤਰੀਕੇ ਨਾਲ ਕਵਰ ਕਰਵਾਵਾਂਗੇ ਤੁਹਾਨੂੰ ਪੇਪਰ ਦੇ ਵਿੱਚ ਕੋਈ ਵੀ ਡਾਊਟ